ਹੁਣ ਪਿੱਛੇ ਜੇ ਬਹੁਤ ਸਾਰੇ ਐਸੇ ਆਗੂਆਂ ਦੇ ਬਿਆਨ ਆਏ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਬਿਲੋਂਗ ਕਰਦੇ ਨੇ। ਉਹ ਕਹਿੰਦੇ ਕਿ ਕਾਂਗਰਸ ਤਾਂ ਆਪਣੇ ਹੀ ਬੰਦਿਆਂ ਦੀ ਨਹੀਂ ਸੁਣਦੀ ਪਈ। ਇੱਥੇ ਅੱਜ ਕਾਂਗਰਸ ਦੀ ਸਰਕਾਰ ਦੇ ਵਿੱਚ ਜੇ ਇਹ ਗੱਲ ਦਾ ਇਲਜ਼ਾਮ ਲੱਗਦਾ ਕਿ ਕਾਂਗਰਸ ਦੇ ਜਿਹੜੇ ਲੋਕ ਹੈਗੇ ਉਹ ਕਹਿੰਦੇ ਆ ਕਿ ਸਾਡੀ ਸੁਣਵਾਈ ਨਹੀਂ, ਪਰ ਉੱਥੇ ਮੈਂ ਕਹਿੰਦਾ ਕਿ ਆਮ ਲੋਕਾਂ ਵਾਸਤੇ ਇਹ ਖੁਸ਼ਖਬਰੀ ਦੀ ਗੱਲ ਹੈ ਕਿ ਇੱਥੇ ਆਮ ਲੋਕਾਂ ਦੀ ਵੀ ਓਨੀ ਸੁਣਵਾਈ ਹੈ ਜਿੰਨੀ ਕਾਂਗਰਸ ਦੇ ਸੱਤਾਧਾਰੀ ਲੋਕਾਂ ਦੀ। ਇੱਥੇ ਸਿੱਧੂ ਸਾਹਿਬ ਦੇ ਆਉਣ ਨਾਲ ਮੈਨੂੰ ਇਹ ਲੱਗਦਾ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਜਿਹੜਾ ਕੁਝ ਨਹੀਂ ਹੋਇਆ ਹੋਇਆ ਇੱਕ ਕੱਟੜ ਜਿਹੜੀ ਆਪਣੇ ਆਪ ਨੂੰ ਸਿੱਖ ਜਮਾਤ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਪਾਰਟੀ, ਉਹਨੇ ਸਮਝੌਤਾ ਕੀਤਾ ਉਸ ਵੇਲੇ ਬੀਜੇਪੀ ਨਾਲ, ਜਿਹੜੀ ਅੱਜ ਆਰਐਸਐਸ ਦੇ ਦੁਆਰਾ ਚਲਾਈ ਜਾਂਦੀ ਇੱਕ ਕੱਟੜ ਜਦੋਂ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਉਹੀ ਬੀਜੇਪੀ, ਉਹੀ ਪ੍ਰਧਾਨ ਮੰਤਰੀ, ਉਹੀ ਉਹਨਾਂ ਦੇ ਕਾਨੂੰਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵੀ ਠੋਕ ਕੇ ਐਲਾਨ ਕੀਤਾ। ਬੀਬਾ ਜੀ ਨੇ ਵੀ ਠੋਕ ਕੇ ਇਹ ਗੱਲ ਕਹੀ ਕਿ ਮੈਂ ਪੜ੍ਹਿਆ ਜੀ ਉਹ ਕਾਨੂੰਨ ਬਹੁਤ ਵਧੀਆ ਨੇ ਜੀ, ਕਿਸਾਨ ਤਾਂ ਐਵੇਂ ਰੌਲਾ ਪਾਉਂਦੇ ਆ। ਮੈਂ ਕਹਾਂਗਾ ਕਿ ਹੁਣ ਲੋਕੀ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਕੀ ਮੁੱਦਾ ਰੱਖਣ ਨੈਕਸਟ। ਦੇਖੋ, ਜਦੋਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਉਸ ਵੇਲੇ ਤੋਂ ਲੈ ਕੇ ਕੱਲੀ ਕਾਂਗਰਸ ਜਮਾਤ ਸੀ ਜਿਹਨੇ ਲੜਾਈ ਲੜੀ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਤੁਸੀਂ ਦੇਖ ਰਹੇ ਹੋ ਗਲੋਬਲ ਹੈਡਲਾਈਨ ਨਿਊਜ਼ ਤੇ ਮੈਂ ਅਭੀ ਕੇਸਰ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ। ਗਲੋਬਲ ਹੈਡਲਾਈਨ ਨਿਊਜ਼ ਦੀ ਟੀਮ ਲਗਾਤਾਰ ਤੁਹਾਨੂੰ ਚੋਣਾਂ ਨਾਲ ਅਪਡੇਟ ਕਰਵਾਉਂਦੀ ਰਹਿੰਦੀ ਹੈ। ਜਨਤਾ ਦੀ ਆਵਾਜ਼ ਵੀ ਸੁਣਦੇ ਆ ਕਿ ਲੋਕ ਕੀ ਚਾਹੁੰਦੇ ਨੇ, ਸਰਕਾਰ ਤੋਂ ਕੀ ਚਾਹੁੰਦੇ ਨੇ, ਸਰਕਾਰ ਕੀ ਕੁਝ ਕਰ ਰਹੀ ਹੈ। ਲਾਈਵ ਆਵਾਜ਼ ਤੁਹਾਡੇ ਤੱਕ ਵੀ ਪਹੁੰਚਾਉਂਦੇ ਹਾਂ ਤੇ ਸਰਕਾਰੀ ਦਰਬਾਰ ਤੱਕ ਵੀ ਪਹੁੰਚਾਉਂਦੇ ਹਾਂ। ਸਿਆਸੀ ਗੱਲਬਾਤ ਤੇ ਸਿਆਸੀ ਅਪਡੇਟ ਤੁਹਾਡੇ ਤੱਕ ਲਗਾਤਾਰ ਲੈ ਕੇ ਆਉਂਦੇ ਰਹਿੰਦੇ ਹਾਂ। ਸਿਆਸੀ ਆਗੂਆਂ ਨਾਲ ਵੀ ਗੱਲਬਾਤ ਕਰਦੇ ਹਾਂ। ਸੋ ਇਸੇ ਰਿਗਾਰਡਿੰਗ ਅੱਜ ਅਸੀਂ ਆਏ ਹਾਂ ਜੀ ਗਲੋਬਲ ਹੈਡਲਾਈਨ ਨਿਊਜ਼ ਦੀ ਟੀਮ। ਅੱਜ ਆਈਏ ਸ਼ਹਿਰ ਮੋਗੇ ਦੇ ਵਿੱਚ, ਜਿਹੜੇ ਕਿ ਇੱਥੇ ਦੇ ਮੌਜੂਦਾ ਐਮਐਲਏ ਡਾਕਟਰ ਹਰਜੋਤ ਕਮਲ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਸਰ। ਸਤਿ ਸ਼੍ਰੀ ਅਕਾਲ, ਧੰਨਵਾਦ, ਵੈਲਕਮ ਜੀ ਆਇਆਂ ਨੂੰ। ਅਤੇ ਸਭ ਤੋਂ ਪਹਿਲਾਂ ਸਰ ਬਹੁਤ ਬਹੁਤ ਮੈਨੂੰ ਮੁਬਾਰਕਾਂ ਤੁਹਾਨੂੰ। ਅਤੇ ਅਸੀਂ ਜਦੋਂ ਤੁਹਾਡੇ ਘਰ ਐਂਟਰੀ ਹੋਏ ਤਾਂ ਮੈਨੂੰ ਬਹੁਤ ਅੱਛਾ ਲੱਗਾ। ਹਰਿਆਲੀ ਬਹੁਤ ਘਰ ਦੇ ਵਿੱਚ, ਗ੍ਰੀਨਰੀ ਨਾਲ ਬਹੁਤ ਜੁੜੇ ਹੋਏ ਹੋ ਐਂਡ ਤੁਸੀਂ ਪੰਛੀ ਵੀ ਰੱਖੇ ਹੋਏ, ਚਿੜੀਆਂ ਦੀ ਆਵਾਜ਼ਾਂ ਆ ਰਹੀਆਂ ਨੇ। ਇਹ ਆਵਾਜ਼ਾਂ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਸ਼ਹਿਰ 'ਚ ਨਹੀਂ ਸੁਣਨ ਨੂੰ ਮਿਲਦੀਆਂ, ਬਟ ਉਹ ਇੱਥੇ ਆ ਕੇ ਇੱਕ ਬੜੀ ਨਾ ਪੋਜ਼ੀਟਿਵਿਟੀ ਆਈ ਅਤੇ ਦੇਖ ਕੇ ਬੜਾ ਮਜ਼ਾ ਆਇਆ। ਆਸ-ਪਾਸ ਦਾ ਮਾਹੌਲ ਬੜਾ ਅੱਛਾ। ਇਹ ਤਾਂ ਸਾਡੀ ਰੂਹ ਦੀ ਖੁਰਾਕ ਆ ਪੰਜਾਬੀਆਂ ਦੀ, ਔਰ ਮੈਂ ਸਮਝਦਾ ਕਿ ਸ਼ਾਇਦ ਮੋਗੇ ਸ਼ਹਿਰ 'ਚ ਮੈਨੂੰ ਇਹ ਚੀਜ਼ਾਂ ਵਾਤਾਵਰਨ ਨਾ ਮਿਲੇ। ਇਸੇ ਕਰਕੇ ਮੈਂ ਦੇਰ ਰਾਤ ਤੱਕ ਸ਼ਹਿਰ 'ਚ ਹੁੰਦਾ, ਤਕਰੀਬਨ 10-11 ਵੀ ਵੱਜ ਜਾਂਦੇ ਆ। ਫਿਰ ਮੈਂ ਇੱਧਰ ਨੂੰ ਭੱਜਿਆ ਹੁੰਦਾ, ਅਰਲੀ ਮਾਰਨਿੰਗ ਤਿਆਰ ਹੋ ਕੇ ਫਿਰ ਸ਼ਹਿਰ ਭੱਜ ਜੀਦਾ। ਹਾਲਾਂਕਿ ਰਿਹਾਇਸ਼ ਮੋਗੇ ਵੀ ਰੱਖੀ ਵੀ ਆ, ਕਦੇ ਕਦੇ ਉੱਥੇ ਵੀ ਰਹਿ ਲੈਂਦਾ, ਪਰ ਜਿਹੜਾ ਰੂਹ ਦਾ ਸਕੂਨ ਇਸ ਗ੍ਰੀਨਰੀ 'ਚ ਇਹ ਪੰਛੀਆਂ ਦੀ ਚਹਿਚਹਾਟ ਆ, ਉਹ ਉੱਥੇ ਹੈ ਨਹੀਂ ਗੱਲ ਬਣਦੀ। ਤੁਸੀਂ ਲੋਕਾਂ 'ਚ ਵਿਚਰਦੇ ਹੋ, ਬਹੁਤ ਲੋਕਾਂ 'ਚ ਵਿਚਰਦੇ ਹੋ, ਅਲੱਗ-ਅਲੱਗ ਗੱਲਾਂ ਸੁਣਨ ਨੂੰ ਮਿਲਦੀਆਂ, ਸਟ੍ਰੈਸ ਵੀ ਆਉਂਦਾ ਹੈ ਨਾ। ਅਤੇ ਇਹ ਚੀਜ਼ਾਂ ਜਦੋਂ ਫਿਰ ਤੁਸੀਂ ਇੱਥੇ ਆਉਂਦੇ ਹੋਣੇ ਆ, ਤੁਹਾਨੂੰ ਅੱਜ ਸਵੇਰੇ ਸਵੇਰੇ ਉੱਠਦੇ ਦੀਆਂ ਆਵਾਜ਼ਾਂ ਸੁਣਦੀ ਅਤੇ ਰਿਲੈਕਸ ਵੀ ਮਿਲਦਾ ਹੋਣਾ ਕਿਤੇ ਨਾ ਕਿਤੇ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਇੱਥੇ ਸੁੱਤੇ ਨੂੰ ਉਠਾਉਂਦੀਆਂ ਹੀ ਚਿੜੀਆਂ, ਬਾਹਰ ਟਟੀਰੀ ਨੇ ਬੱਚੇ ਦਿੱਤੇ ਆ, ਉਹ ਉਹਨਾਂ ਦੀ ਹਿਫਾਜ਼ਤ ਕਰੀ ਜਾਂਦੀ ਆ, ਰੌਲਾ ਪਾਈ ਜਾਂਦੀ ਆ। ਸੋ ਕਦੇ ਕਬੂਤਰ ਫਿਰਦੇ ਆ, ਕਾਂ ਬੋਲੀ ਜਾਂਦੇ। ਇਹ ਸਾਰੀਆਂ ਚੀਜ਼ਾਂ ਰੂਹ ਨੂੰ ਤਾਜ਼ਾ ਕਰਦੀਆਂ, ਔਰ ਇਹੀ ਚੀਜ਼ ਹੈ ਜਿਹੜੀ ਅਸੀਂ ਸ਼ਹਿਰਾਂ ਦੇ ਵਿੱਚ ਘਾਟ ਮਹਿਸੂਸ ਕਰਦੇ ਹਾਂ। ਸੋ ਮੈਂ ਸਮਝਦਾ ਕਿ ਉਹ ਸਾਰੀ ਸਟਰੈਸ ਲੈ ਜਾਂਦੀ ਹੈ ਜਦੋਂ ਤੁਹਾਨੂੰ ਇਹ ਪੰਛੀਆਂ ਦੀ ਚਹਿਚਹਾਟ ਸੁਣਦੀ ਆ, ਔਰ ਪ੍ਰਕਿਰਤੀ, ਗ੍ਰੀਨਰੀ, ਉਹ ਸਾਰੀਆਂ ਚੀਜ਼ਾਂ ਜਦੋਂ ਦੇਖਣ ਨੂੰ ਮਿਲਦੀਆਂ। ਇਹ ਤੋਂ ਪਤਾ ਲੱਗਦਾ ਕਿ ਜੇ ਆਪਾਂ ਪ੍ਰਕਿਰਤੀ ਨਾਲ ਜੁੜ ਕੇ ਰਹੀਏ ਤਾਂ ਕਿਤੇ ਨਾ ਕਿਤੇ ਅਸੀਂ ਵੀ ਸਵਸਥ ਰਹਿੰਦੇ ਹਾਂ, ਹੈ ਨਾ। ਅਸੀਂ ਖੁਸ਼ ਰਹਿੰਦੇ ਹਾਂ ਤਾਂ ਸਾਡਾ ਮਾਈਂਡ ਜ਼ਿਆਦਾ ਕੰਮ ਕਰਦਾ, ਮੈਂਟਲੀ ਸਟਰੋਂਗ ਹੁੰਦੇ ਹਾਂ। ਹੁਣ ਆਪਾਂ ਸਰ ਆਉਂਦੇ ਹਾਂ ਜੀ ਸਿਆਸਤ 'ਤੇ, ਕਿਉਂਕਿ ਆਪਣਾ ਹੁਣ ਚੋਣਾਂ ਨੂੰ ਬਹੁਤ ਘੱਟ ਸਮਾਂ ਰਹਿ ਗਿਆ ਅਤੇ ਲੋਕ ਵੀ ਬਹੁਤ ਸਮਾਰਟ ਨੇ। ਲੋਕ ਹੁਣ ਅਪਡੇਟ ਹਰ ਇੱਕ ਤਰ੍ਹਾਂ ਦੀ ਦੇਖਦੇ ਨੇ, ਸੁਣਦੇ ਨੇ, ਉਸ ਤਰੀਕੇ ਨਾਲ ਹੁਣ ਸਮਾਰਟ ਫੈਸਲਾ ਲੈਂਦੇ ਨੇ। ਕਿਉਂਕਿ ਪਹਿਲਾਂ ਸ਼ਾਇਦ ਲੋਕ ਪੇਟੀਆਂ 'ਤੇ ਵੋਟਾਂ ਪਾ ਦਿੰਦੇ ਸੀ, ਜਾਂ ਜਿਹਨੇ ਨਾਲੀਆਂ ਬਣਾਤੀਆਂ ਉਹਨੇ ਵੋਟਾਂ ਪਾ ਦਿੰਦੇ, ਲੇਕਿਨ ਹੁਣ ਆਪਾਂ ਲੋਕ ਡਿਜੀਟਲ ਹੋ ਗਏ ਆ।
ਆਪਾਂ ਲੋਕ ਸਮਾਰਟ ਹੋ ਗਏ ਆ ਹੈ ਨਾ, ਇੱਕ ਸਮਾਰਟ ਵਰਕ ਹੋਣ ਲੱਗ ਪਿਆ, ਅਤੇ ਬਹੁਤ ਸਾਰੀਆਂ ਗੱਲਾਂ ਅਫਵਾਹਾਂ ਵੀ ਨੇ। ਇਸ ਕਰਕੇ ਤੁਹਾਡੇ ਕੋਲ ਆਪਾਂ ਆਏ ਹਾਂ, ਸੋ ਦੈਟ ਆਪਾਂ ਲੋਕ ਜਨਤਾ ਨੂੰ ਵੀ ਕਲੀਅਰ ਕਰ ਸਕੀਏ ਹੈ ਨਾ, ਜਿਹੜੀਆਂ ਅਫਵਾਹਾਂ ਵੀ ਨੇ ਜਾਂ ਗੱਲਾਂ ਉੱਡ ਰਹੀਆਂ ਨੇ। ਜਾਂ ਕਾਂਗਰਸ, ਅਗਰ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੱਲ ਕਰੀਏ, ਹੁਣ ਪਿੱਛੇ ਜੇ ਬਹੁਤ ਸਾਰੇ ਐਸੇ ਆਗੂਆਂ ਦੇ ਬਿਆਨ ਆਏ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਬਿਲੋਂਗ ਕਰਦੇ ਨੇ। ਉਹ ਕਹਿੰਦੇ ਕਿ ਕਾਂਗਰਸ ਤਾਂ ਆਪਣੇ ਹੀ ਬੰਦਿਆਂ ਦੀ ਨਹੀਂ ਸੁਣਦੀ ਪਈ। ਹੁਣ ਤੁਹਾਨੂੰ ਕੀ ਲੱਗਦਾ ਕਿ ਜੇ ਹੁਣ ਪੰਜਾਬ ਪ੍ਰਧਾਨ ਬਣੇ ਨੇ ਨਵਜੋਤ ਸਿੰਘ ਸਿੱਧੂ ਜੀ, ਤਾਂ ਰੈਵੋਲੂਸ਼ਨ ਕੋਈ ਅਲੱਗ ਆਏਗਾ? ਲੋਕਾਂ ਦਾ ਇਹ ਕਹਿਣਾ ਜਿਹੜੀ ਕਾਂਗਰਸ ਦੇ ਬੰਦਿਆਂ ਨੇ ਗੱਲ ਕਹੀ ਹੈ ਕਿ ਜੀ ਕਾਂਗਰਸ ਤਾਂ ਸਾਡੀ ਗੱਲ ਨਹੀਂ ਸੁਣਦੀ, ਹੁਣ ਉਹ 'ਤੇ ਤੁਸੀਂ ਕੀ ਵਿਚਾਰਧਾਰਾ ਕਰੋਗੇ? ਅਸਲ ਦੇ ਵਿੱਚ ਮੈਂ ਸਮਝਦਾ ਕਿ ਜਿਹੜੇ ਲੋਕ ਨੇ ਜਾਂ ਜਿਹੜੇ ਸਾਡੇ ਕਾਂਗਰਸ ਦੇ ਸਾਥੀ ਨੇ, 10 ਸਾਲ ਸਰਕਾਰ ਅਕਾਲੀ ਦਲ ਦੀ ਰਹੀ ਹੈ ਔਰ ਉਹਨਾਂ ਨੇ ਬੜੀ ਲੁੱਟ ਖਸੁੱਟ ਚੰਮ ਦੀਆਂ ਚਲਾਈਆਂ। ਅਤੇ ਉਹ ਜਿਵੇਂ ਮੈਂ ਹੁਣ ਉਦਾਹਰਨ ਦੇ ਤੌਰ 'ਤੇ ਜੇ ਦੱਸਾਂ, ਲੁਧਿਆਣੇ 'ਚ ਤਹਿਸੀਲਦਾਰ ਕੁੱਟਤਾ, ਉੱਥੇ ਅੰਮ੍ਰਿਤਸਰ 'ਚ ਇੱਕ ਥਾਣੇਦਾਰ ਦੇ ਗੋਲੀ ਮਾਰ ਦਿੱਤੀ। ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਉਹਨਾਂ ਤੋਂ ਕਿਤੇ ਨਾ ਕਿਤੇ ਪ੍ਰਸ਼ਾਸਨ, ਪੁਲਿਸ ਡਰਦੀ ਸੀ ਔਰ ਉਹ ਗੁੰਡਾਗਰਦੀ ਵਾਲੀ, ਧੱਕੇਸ਼ਾਹੀ ਵਾਲੀ ਰਾਜਨੀਤੀ ਕਰਦੇ ਰਹੇ। ਔਰ ਜੇ ਮੈਂ ਮੋਗੇ ਦੀ ਗੱਲ ਕਰਾਂ ਤਾਂ ਮੇਰੇ ਖਿਆਲ 97 ਤੋਂ ਲੈ ਕੇ 2017 ਤੱਕ ਉਹਨਾਂ ਦਾ ਹੀ ਇੱਥੇ ਸਾਮਰਾਜ ਰਿਹਾ ਔਰ ਇੱਦਾਂ ਹੀ ਹੋਇਆ। ਕਦੇ ਨਾ ਕਾਰਪੋਰੇਸ਼ਨ ਦੀ ਚੋਣ ਹੋਈ, ਨਾ ਪੰਚਾਇਤਾਂ ਦੀਆਂ ਚੋਣਾਂ ਚੱਜ ਨਾਲ ਕਰਵਾਈਆਂ। ਸੋ ਅਸੀਂ ਆ ਕੇ ਦੁਬਾਰਾ ਨਵੀਂ ਪਿਰਤ ਪਾਈ ਆ। ਅੱਜ ਅਸੀਂ ਜਿਹੜੀ ਕੌਂਸਲਰਾਂ ਦੀ ਚੋਣ ਕਰਾਈ ਹੈ, ਬਿਲਕੁਲ ਫੇਅਰ ਚੋਣ ਹੈ। ਕਿਸੇ ਇੱਕ ਵੀ ਬੰਦੇ ਦੇ ਕਾਗਜ਼ ਨਹੀਂ ਰੱਦ ਹੋਏ, ਕਿਸੇ ਨਾਲ ਕੋਈ ਧੱਕਾ ਨਹੀਂ ਹੋਇਆ। ਔਰ ਇੱਦਾਂ ਹੀ ਪਿੰਡਾਂ ਦੀਆਂ ਪੰਚਾਇਤਾਂ, ਬਲਾਕ ਸੰਮਤੀਆਂ, ਪਰ ਉਹਦੇ ਨਾਲ ਮੈਂ ਸਮਝਦਾ ਕਿ ਅੱਜ ਜੇ ਦੇਖੋ ਸਾਰੇ ਪਿੰਡਾਂ ਦੇ ਵਿੱਚ ਸਾਡੀਆਂ ਪੰਚਾਇਤਾਂ ਬਿਨਾਂ ਇੱਕ ਬੰਦੇ ਦੇ ਕਾਗਜ਼ ਰੱਦ ਕਰਾਇਆ ਵੀ ਲੋਕਾਂ ਨੇ ਇਹ ਫਤਵਾ ਦਿੱਤਾ। ਬਲਾਕ ਸੰਮਤੀਆਂ ਅਸੀਂ ਸਾਰੀਆਂ ਬਣਾਈਆਂ, ਬਲਾਕ ਸੰਮਤੀ ਦਾ ਚੇਅਰਮੈਨ ਸਾਡਾ ਚੁਣਿਆ ਗਿਆ ਕਾਂਗਰਸ ਪਾਰਟੀ ਤੋਂ। ਕਾਰਪੋਰੇਸ਼ਨ ਦੇ ਵਿੱਚ ਅੱਜ ਜੇ ਮੈਂ ਕਹਾਂ ਅਸੀਂ 30 ਬੰਦੇ ਹੈਗੇ ਨੇ ਸਾਡੇ ਕੌਂਸਲਰਸ ਆ, ਉਹਦੇ ਨਾਲ ਸਾਡਾ ਮੇਅਰ, ਸੀਨੀਅਰ ਡਿਪਟੀ ਮੇਅਰ ਬਣਿਆ ਔਰ ਅਸੀਂ ਸਾਰਾ ਕੁਝ ਬੜਾ ਫੇਅਰ ਕਰਵਾਇਆ। ਜਿਵੇਂ ਮੇਅਰ ਦੀ ਚੋਣ ਕੀਤੀ ਹੈ, ਬਿਲਕੁਲ ਇੱਕ ਨਵਾਂ ਚਿਹਰਾ, ਯੰਗ ਲੜਕੀ ਹੈਗੀ ਆ, ਪੜ੍ਹੀ ਲਿਖੀ ਆ, MA ਆ, B.Ed ਆ, ਟੀਚਰ ਰਹੀ 15 ਸਾਲ ਸੈਕਰਡ ਹਾਰਟ ਸਕੂਲ 'ਚ। ਸੋ ਅਸੀਂ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਦੂਰ ਕੀਤਾ ਜਿਹੜੀਆਂ ਧੱਕੇਸ਼ਾਹੀ ਵਾਲੀਆਂ। ਉਸ ਰਾਜਨੀਤੀ ਤੋਂ ਜਦੋਂ ਮੋੜਾ ਕੀਤਾ ਹੈਗਾ ਇੱਕ ਫੇਰ ਪਾਸੇ ਨੂੰ, ਤਾਂ ਫਿਰ ਉਹ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਵੀ ਉਵੇਂ ਦਾ ਧੱਕਾ ਕਿਉਂ ਨਹੀਂ ਕੀਤਾ, ਸਾਨੂੰ ਕਿਉਂ ਚੋਣ ਫੇਰ ਲਈ ਲੜਨੀ ਪਈ। ਇਹ ਚੀਜ਼ਾਂ ਕਦੇ ਕਦੇ ਲੋਕਾਂ ਨੂੰ ਐਂ ਲੱਗਦਾ ਕਿ ਦੇਖੋ ਅਸੀਂ ਚਾਹੁੰਦੇ ਹਾਂ ਕਿ ਹਰੇਕ ਥਾਂ 'ਤੇ ਹਰੇਕ ਬੰਦੇ ਦੀ ਸੁਣਵਾਈ ਹੋਵੇ। ਇਹ ਨਹੀਂ ਕਿ ਜੇ ਸਰਕਾਰ ਕਾਂਗਰਸ ਦੀ ਹੈ ਤਾਂ ਜੇ ਕੋਈ ਕਾਂਗਰਸ ਦਾ ਬੰਦਾ ਉਹ ਕਿਸੇ ਨਾਲ ਧੱਕਾ ਕਰੇ ਉਹਦੀ ਸੁਣਵਾਈ ਜ਼ਿਆਦਾ ਹੋਵੇ, ਜਦ ਕਿ ਆਮ ਬੰਦੇ ਦੀ ਸੁਣਵਾਈ ਹੋਣੀ ਚਾਹੀਦੀ ਹੈ। ਲੰਬਾ ਸਮਾਂ ਇਵੇਂ ਹੁੰਦਾ ਰਿਹਾ। ਮੋਗੇ ਦੀ ਇੱਕ ਉਦਾਹਰਨ ਆ ਕਿ ਇੱਥੇ ਇੱਕ ਹੋਮਗਾਰਡ ਵਾਲਾ ਬੰਦਾ ਦਾੜੀ ਖੋਲ੍ਹ ਕੇ ਅਤੇ ਨੀਲੀ ਪੱਗ ਬੰਨ੍ਹ ਕੇ SSP ਸਾਹਿਬ ਕੋਲੋਂ ਆਪਦੀ ਬਦਲੀ ਆਪ ਕਰਵਾ ਲਿਆ ਸੀ। ਸੋ ਇਸ ਨੀਲੀ ਦੀ ਦਹਿਸ਼ਤ 'ਚੋਂ ਜਦੋਂ ਅਸੀਂ ਕੱਢਿਆ ਤਾਂ ਅਸੀਂ ਇੱਥੇ ਅੱਜ ਕਾਂਗਰਸ ਦੀ ਸਰਕਾਰ ਦੇ ਵਿੱਚ ਜੇ ਇਹ ਗੱਲ ਦਾ ਇਲਜ਼ਾਮ ਲੱਗਦਾ ਕਿ ਕਾਂਗਰਸ ਦੇ ਜਿਹੜੇ ਲੋਕ ਹੈਗੇ ਉਹ ਕਹਿੰਦੇ ਆ ਕਿ ਸਾਡੀ ਸੁਣਵਾਈ ਨਹੀਂ, ਪਰ ਉੱਥੇ ਮੈਂ ਕਹਿੰਦਾ ਕਿ ਆਮ ਲੋਕਾਂ ਵਾਸਤੇ ਇਹ ਖੁਸ਼ਖਬਰੀ ਦੀ ਗੱਲ ਹੈ ਕਿ ਇੱਥੇ ਆਮ ਲੋਕਾਂ ਦੀ ਵੀ ਓਨੀ ਸੁਣਵਾਈ ਹੈ ਜਿੰਨੀ ਕਾਂਗਰਸ ਦੇ ਸੱਤਾਧਾਰੀ ਲੋਕਾਂ ਦੀ ਸੁਣਵਾਈ ਹੈ। ਸੋ ਇੱਥੇ ਮੈਂ ਇੱਕ ਗੱਲ ਕਹੂੰਗਾ ਕਿ ਇਹ ਕਾਂਗਰਸ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਜਿੰਨੀ ਇੱਕ ਕਾਂਗਰਸ ਵਾਲੇ ਬੰਦੇ ਦੀ ਸੁਣੀ ਜਾਂਦੀ, ਉਨੀ ਇੱਕ ਆਮ ਬੰਦੇ ਦੀ ਸੁਣੀ ਜਾਂਦੀ। ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਤੁਸੀਂ ਕਿਹਾ ਕਿ ਜਿੰਨੀ ਗੱਲ ਆਮ ਬੰਦੇ ਦੀ ਸੁਣੀ ਜਾਂਦੀ ਉਨੀ ਹੁਣ ਲੋਕ ਜਨਤਾ ਰਹੀ ਕਹਿੰਦੇ ਨੇ ਕਿ ਜਿਹੜੀ ਸਰਕਾਰ ਆਪਣੇ ਵਿਧਾਇਕਾਂ ਦੀ ਨਹੀਂ ਸੁਣਦੀ, ਆਪਣੇ ਕੌਂਸਲਰ ਦੀ ਨਹੀਂ ਸੁਣਦੀ, ਉਹ ਆਮ ਜਨਤਾ ਦੀ ਕਿੱਥੋਂ ਸੁਣੂਗੀ? ਮੈਂ ਉਹ ਗੱਲ ਨਾਲ ਸਹਿਮਤ ਹਾਂ ਤੁਹਾਡੀ, ਤੁਸੀਂ ਜੋ ਕਿਹਾ। ਦੇਖੋ ਇਸ ਗੱਲ ਦੇ ਵਿੱਚ 20 ਸਾਲਾਂ ਦਾ ਮੈਂ ਜਿਹੜਾ ਤੁਹਾਨੂੰ ਦੱਸਿਆ ਕਿ 20 ਸਾਲਾਂ ਦੇ ਵਿੱਚ ਲੋਕਾਂ ਦੀਆਂ ਐਕਸਪੈਕਟੇਸ਼ਨਸ ਇੱਦਾਂ ਦੀਆਂ ਬਣ ਗਈਆਂ। ਅੱਜ ਹਰਜੋਤ ਕਮਲ ਨੂੰ ਆਪਣਾ ਤਾਂ ਕੋਈ ਕੰਮ ਪੈਂਦਾ ਨਹੀਂ ਬਹੁਤਾ ਲੰਬਾ ਚੌੜਾ। ਮੇਰੇ ਬੱਚੇ ਬਾਹਰ ਨੇ, ਮੈਂ ਅਤੇ ਮੇਰੀ ਵਾਈਫ ਅਸੀਂ ਇੱਥੇ ਲੋਕਾਂ ਦੀ ਸੇਵਾ 'ਚ ਸਵੇਰ ਤੋਂ ਰਾਤ ਤੱਕ ਲੱਗੇ ਰਹਿੰਦੇ ਹਾਂ। ਆ ਐਕਸੀਡੈਂਟ ਹੋਇਆ, ਮੈਂ ਚੰਡੀਗੜ੍ਹ ਸੀ ਤਾਜਪੋਸ਼ੀ ਲਈ ਸਿੱਧੂ ਸਾਹਿਬ ਦੀ ਦਾ ਫੰਕਸ਼ਨ 'ਚ, ਤਾਂ ਮੇਰੀ ਵਾਈਫ ਨੇ ਜਾ ਕੇ ਹੌਸਪੀਟਲ ਮੋਰਚਾ ਸੰਭਾਲਿਆ।
ਸਾਡੇ ਦੋਨਾਂ ਦੇ ਪਰਸਨਲ ਕੰਮ ਕਿੰਨੇ ਕੁ ਆ? ਕੰਮ ਤਾਂ ਲੋਕਾਂ ਦੇ ਕਰਾਉਣੇ ਆ, ਤੇ ਲੋਕ ਕਿਤੇ ਨਾ ਕਿਤੇ ਇਹ ਗੱਲ ਇਵੇਂ ਮਹਿਸੂਸ ਕਰਦੇ ਆ ਕਿ ਜਿਵੇਂ 20 ਸਾਲ ਉਹ ਚੰਮਦੀਆਂ ਚਲਾਉਂਦੇ ਰਹੇ, ਧੱਕਾ ਕਰਦੇ ਰਹੇ, ਵੀ ਸਾਡਾ ਉਵੇਂ ਧੱਕਾ ਕਿਉਂ ਨਹੀਂ ਹੁੰਦਾ ਜਾਂ ਸਾਡੀ ਉਵੇਂ ਸੁਣਵਾਈ ਕਿਉਂ ਨਹੀਂ। ਇਹ ਗੱਲ ਦੇ ਵਿੱਚ ਜ਼ਰੂਰ ਪਿਛਲੇ ਦਿਨਾਂ ਦੇ ਵਿੱਚ ਕਮੀ ਰਹੀ ਹੈ ਕਿ ਜਿੱਥੇ ਲੋਕ ਇੱਕ ਚੀਜ਼ ਦੀ ਆਸ ਕਰਦੇ ਹੁੰਦੇ ਆ ਕਿ ਅਸੀਂ MLA ਕੋਲ ਆਏ ਆ, ਤੇ ਜੇ ਦੇਖੋ ਅਗਲਾ ਤੁਰਦਾ ਹੇਠਲੀ ਕਤਾਰ ਤੋਂ ਆ, ਥਾਣੇ ਜਾਂਦਾ, ਮੁਨਸ਼ੀ ਤੋਂ ਲੈ ਕੇ SHO ਤੱਕ, ਫਿਰ DSP ਤੋਂ ਲੈ ਕੇ SSP ਤੱਕ, ਇਸੇ ਤਰ੍ਹਾਂ ਦੂਜੇ ਪਾਸੇ ਅਗਲਾ ਪਟਵਾਰੀ ਤੋਂ ਲੈ ਕੇ DC ਤੱਕ ਜਦੋਂ ਧੱਕੇ ਖਾ ਲੈਂਦਾ, ਕਿਤੇ ਸੁਣਵਾਈ ਨਹੀਂ ਹੁੰਦੀ, ਤਾਂ ਫਿਰ ਉਹਨੂੰ ਇਹ ਲੱਗਦਾ ਕਿ ਇਹ ਤਾਂ ਅਫਸਰ ਆ ਸਾਡਾ ਵੋਟ ਨਾਲ ਚੁਣਿਆ ਹੋਇਆ ਆਪਦਾ MLA ਆ, ਇਹ ਸਾਡਾ ਬੰਦਾ, ਇਹ ਸਾਡੀ ਸੁਣਵਾਈ ਕਰਾਏ। ਪਰ ਉੱਥੇ ਕਿਉਂਕਿ ਇਹ ਪਤਾ ਨਹੀਂ ਜਿਹੜਾ ਮੈਂ ਤੁਹਾਨੂੰ ਦੱਸਿਆ 20 ਸਾਲਾਂ ਦੇ ਐਕਸਪੈਕਟੇਸ਼ਨ ਆਪਾਂ ਜ਼ਿਆਦਾ ਲੈ ਲੈਂਦੇ, ਕਹਿੰਦਾ ਬਾਬਾ ਉਹਨਾਂ ਦੀਆਂ ਐਕਸਪੈਕਟੇਸ਼ਨਸ ਜ਼ਿਆਦਾ ਵੀ ਹੈ ਔਰ ਮੈਂ ਸਮਝਦਾ ਜਾਇਜ਼ ਵੀ ਹੈ। ਜੇ ਕੋਈ ਬੰਦਾ ਮੇਰੇ ਕੋਲ ਆਉਂਦਾ ਤਾਂ ਉਹ ਉਦੋਂ ਆਉਂਦਾ ਜਦੋਂ ਉਹਦੇ ਸਾਰੇ ਹੱਥ ਖੜੇ ਹੋ ਜਾਂਦੇ। ਇੱਕ ਬੰਦੇ ਨੂੰ ਪੈਨਸ਼ਨ ਨਹੀਂ ਲੱਗਦੀ, ਉਹਦੇ ਪਿੱਛੇ ਰੀਜ਼ਨ ਤਾਂ ਇਹ ਹੋ ਸਕਦਾ ਵੀ ਉੱਥੇ ਕਲਰਕ ਦੀ ਘਾਟ ਹੋਵੇ ਜਾਂ ਕੋਈ ਅਫਸਰ ਬਿਮਾਰ ਹੋਵੇ, ਪਰ ਉਹਨੂੰ ਨਹੀਂ ਇਸ ਗੱਲ ਦਾ ਪਤਾ। ਉਹਨੂੰ ਤਾਂ ਇਹ ਪਤਾ ਕਿ ਮੇਰਾ ਚੁਣਿਆ ਹੋਇਆ ਨੁਮਾਇੰਦਾ, ਮੈਂ ਇਹਦੇ ਕੋਲ ਜਾਵਾਂ, ਇਹ ਭਾਵੇਂ ਪਟਵਾਰੀ ਨੂੰ ਕਵੇ, ਇਹ ਭਾਵੇਂ DC ਸਾਹਿਬ ਨੂੰ ਕਵੇ, ਇਹ ਭਾਵੇਂ ਮੁਨਸ਼ੀ ਨੂੰ ਕਵੇ, ਇਹ ਭਾਵੇਂ SSP ਨੂੰ ਕਵੇ, ਮੇਰਾ ਕੰਮ ਇਹਨੇ ਕਰਵਾਉਣਾ ਤੇ ਹੋਣਾ ਚਾਹੀਦਾ। ਸੋ ਇੱਥੇ ਇਸ ਚੀਜ਼ ਦੀ ਘਾਟ ਜਿਹੜੀ ਉਹ ਰੜਕਦੀ ਰਹਿੰਦੀ ਆ ਸਾਰਿਆਂ ਨੂੰ ਕਿ ਜਿਹੜੀ ਤੁਸੀਂ ਜਿੱਥੋਂ ਐਂਗਲ ਤੋਂ ਪੁੱਛਣਾ ਚਾਹਿਆ ਕਿ ਸ਼ਾਇਦ ਸਰਕਾਰ ਦੀਆਂ ਹਦਾਇਤਾਂ ਜਾਂ ਕਾਂਗਰਸ ਦੀਆਂ ਰਵਾਇਤਾਂ ਇਵੇਂ ਪਾਈਆਂ, ਇਹਨਾਂ ਨੇ ਇਸ ਵਾਰੀ ਪਿਰਤੇਵੇਂ ਪਾ ਦਿੱਤੀ ਕਿ ਆਮ ਲੋਕਾਂ ਦੀ ਸੁਣਵਾਈ ਹੋਣੀ ਹੈ। ਸੋ ਇਹ ਤਾਂ ਨਹੀਂ ਅਸੀਂ ਕਦੇ, ਮੈਂ ਅੱਜ ਤਾਈਂ ਮੇਰਾ ਕੋਈ ਬੰਦਾ ਮੇਰੇ ਹਲਕੇ ਦਾ ਇਹ ਨਹੀਂ ਕਹਿ ਸਕਦਾ ਕਿ ਹਰਜੋਤ ਕਮਲ ਨੇ ਜਾਂ ਉਹਦੇ ਕਿਸੇ ਸਾਥੀ ਨੇ ਕੋਈ ਨਜਾਇਜ਼ ਪਰਚਾ ਕਰਾਇਆ ਹੋਵੇ। ਰਾਜੀਨਾਮੇ 100 ਕਰਾਏ ਹੋਣਗੇ, ਪਰ ਉਹਦੇ ਬਾਵਜੂਦ ਵੀ ਜਿੱਥੇ ਇਨਸਾਫ ਦਿਵਾਉਣ ਦੀ ਗੱਲ ਆ, ਅਗਲੇ ਦਾ ਭਾਵੇਂ ਕਸੂਰ ਹੋਵੇ, ਅਗਲਾ ਭਾਵੇਂ ਬੰਦਾ ਮਾਰ ਕੇ ਆ ਜਾਵੇ, ਜਦੋਂ ਅਗਲਾ ਆਪਦੇ MLA ਕੋਲ ਜਾਂਦਾ ਉਹ ਇੱਕ ਉਮੀਦ ਨਾਲ ਜਾਂਦਾ ਕਿ ਮੈਨੂੰ ਭਾਵੇਂ ਜ਼ਮਾਨਤ ਕਰਾਉਣੀ ਪਵੇ, ਮੈਨੂੰ ਭਾਵੇਂ ਪੇਸ਼ ਹੋਣਾ ਪਵੇ, ਪਰ ਮੇਰਾ ਨੁਮਾਇੰਦਾ ਮੇਰੀ ਬਾਂਹ ਫੜੇ, ਮੈਨੂੰ ਘੱਟੋ ਘੱਟ ਇਹ ਨਾ ਹੋਵੇ ਕਿ ਧੱਕਾ ਕੋਈ ਹੋ ਜਾਏ ਜਾਂ ਬੇਇਨਸਾਫੀ ਹੋ ਜਾਏ। ਸੋ ਇਸ ਕਰਕੇ ਉਹ ਸੁਣਵਾਈ ਦੀ ਕਿਤੇ ਕਮੀ ਹੈਗੀ ਆ, ਔਰ ਮੈਂ ਸਮਝਦਾ ਕਿ ਇੱਕ ਨਵਾਂ ਆਗਾਜ਼ ਹੋਇਆ ਸਿੱਧੂ ਸਾਹਿਬ ਦੇ ਆਉਣ ਨਾਲ, ਔਰ ਹੁਣ ਉਹ ਥੋੜ੍ਹਾ ਜਿਹਾ ਜਿਹੜਾ ਮਾਹੌਲ ਹੈਗਾ ਉਹਦੇ ਵਿੱਚ ਬਦਲਾਅ ਵੀ ਆਊਗਾ, ਰਵਾਨਗੀ, ਹਲਚਲ, ਖੂਨ ਦੇ ਵਿੱਚ ਤਰੋਤਾਜ਼ਗੀ ਔਰ ਅਫਸਰਸ਼ਾਹੀ ਨੂੰ ਥੋੜ੍ਹੀ ਨੱਥ ਪਊਗੀ। ਤੁਹਾਨੂੰ ਕੀ ਲੱਗਦਾ, ਮਤਲਬ ਤੁਸੀਂ ਲੋਕਾਂ 'ਚ ਵਿਚਰ ਰਹੇ, ਤੁਸੀਂ ਲੋਕਾਂ ਨੂੰ ਮਿਲੇ ਵੀ, ਹੁਣ ਤੁਸੀਂ ਉੱਥੇ ਤਾਜਪੋਸ਼ੀ ਜਦੋਂ ਗਏ ਤਾਂ ਨਵਜੋਤ ਸਿੰਘ ਸਿੱਧੂ ਜੀ ਦੇ ਆਉਣ ਨਾਲ ਲੋਕਾਂ 'ਚ ਆਕਰੋਸ਼ ਤਾਂ ਇੱਕ ਸ਼ਕਤੀ ਜ਼ਿਆਦਾ ਵਧੀ ਹੈ? ਬਿਲਕੁਲ ਵਧੀ ਹੈਗੀ ਹੈ। ਕੈਪਟਨ ਅਮਰਿੰਦਰ ਸਿੰਘ ਹੁਣੀ ਉਮਰ ਦੇ ਹਿਸਾਬ ਨਾਲ, ਤਜਰਬੇ ਦੇ ਹਿਸਾਬ ਨਾਲ, ਇੱਕ ਪ੍ਰਸ਼ਾਸਕ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਬੜੀ ਸੰਜੀਦਗੀ ਦੇ ਨਾਲ, ਠਰਮੇ ਨਾਲ ਚੱਲ ਰਹੇ ਆ। ਕੋਈ ਸਰਕਾਰ ਦੀ ਕੰਮਕਾਜ ਦੇ ਵਿੱਚ ਕੋਈ ਕੰਪਲੇਂਟ ਨਹੀਂ ਹੈਗੀ, ਪਰ ਲੋਕਾਂ ਦੀਆਂ ਐਕਸਪੈਕਟੇਸ਼ਨਸ ਜਿਹੜੀਆਂ ਸੀ ਉਹ 2002 ਤੋਂ 2007 ਵਾਲੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀ, ਜਿਹੜੇ ਅਕਾਲੀਆਂ ਨੂੰ ਰਗੜੇ ਲਾਉਂਦੇ ਸੀ, ਖੂੰਡਾ ਖੜਕਾਉਂਦੇ ਸੀ, ਲੋਕ ਉਹ ਚਾਹੁੰਦੇ ਆ। ਸੋ ਪੰਜਾਬ ਦੀ ਸਿਆਸਤ ਕਿਤੇ ਨਾ ਕਿਤੇ ਬੜਕ ਵਾਲੀ ਆ, ਗੜਕੇ ਵਾਲੀ ਆ, ਦਬਕੇ ਵਾਲੀ ਆ, ਔਰ ਇੱਥੇ ਭਾਵੇਂ ਤੁਹਾਡਾ ਕੰਮ ਹੋਵੇ ਨਾ ਹੋਵੇ, ਅਗਲਾ ਕਹਿੰਦਾ ਇੱਕ ਵਾਰੀ ਤਾਂ ਤਸੱਲੀ ਕਰਾਤੀ। ਸੋ ਮੈਂ ਸਮਝਦਾ ਕਿ ਇਹ ਜਿਹੜੀ ਬੜੇ ਚਿਰ ਤੋਂ ਠੰਡੀ ਹੋਈ ਸਿਆਸਤ ਸੀ, ਅਫਸਰਸ਼ਾਹੀ ਜਿਹੜੀ ਬੜੇ ਆਰਾਮ ਨਾਲ ਚੱਲੀ ਆਉਂਦੀ ਸੀ, ਉਹਨੂੰ ਇੱਕ ਨਵੇਂ ਸਿੱਧੂ ਸਾਹਿਬ ਦੇ ਆਉਣ ਦੇ ਨਾਲ ਇੱਕ ਉਹਨਾਂ 'ਚ ਹਲਚਲ ਹੋਊਗੀ ਔਰ ਤਬਦੀਲੀ ਆਊਗੀ, ਔਰ ਲੋਕ ਜਿਹੜੀ ਚੀਜ਼ ਚਾਹੁੰਦੇ ਸੀ ਉਹ ਆਈ ਆ ਚੇਂਜ। ਔਰ ਮੈਂ ਸਮਝਦਾ ਕਿ ਜਦੋਂ ਕੋਈ ਬੰਦਾ ਲੰਬਾ ਸਮਾਂ ਕੰਮ ਕਰਦਾ ਅਤੇ ਉਹ ਕਈ ਵਾਰੀ ਵਗਦੇ ਪਾਣੀ ਦੇ ਵਿੱਚ ਖੜੋਤ ਆ ਜਾਂਦੀ, ਜਾਂ ਉਹ ਦਿਸਦੀ ਐਂ ਆ ਵੀ ਜਿਵੇਂ ਖੜਾ ਹੁੰਦਾ ਪਾਣੀ ਜਦੋਂ ਹੌਲੀ ਚੱਲਦਾ, ਤਾਂ ਫਿਰ ਜਦੋਂ ਉਹ ਉਛਾਲਾ ਮਾਰਦਾ ਤਾਂ ਫਿਰ ਲੋਕਾਂ ਨੂੰ ਲੱਗਦਾ ਕਿ ਹਾਂ ਕੁਛ ਹੋਇਆ। ਸੋ ਇੱਥੇ ਸਿੱਧੂ ਸਾਹਿਬ ਦੇ ਆਉਣ ਨਾਲ ਮੈਨੂੰ ਇਹ ਲੱਗਦਾ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਜਿਹੜਾ ਕੁਛ ਨਹੀਂ ਹੋਇਆ ਹੁਣ ਹੋਊਗਾ।
ਹੁਣ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦਾ ਹੁਣ ਜੋ ਗੱਠਜੋੜ ਹੋਇਆ, ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਹੁਣ ਉਹ ਉਹਨਾਂ ਦਾ ਗੱਠਜੋੜ ਕਿੰਨਾ ਕੁ ਰੈਵੋਲੂਸ਼ਨ ਲੈ ਕੇ ਆਏਗਾ ਜਾਂ ਲੋਕਾਂ 'ਚ ਕਿੰਨਾ ਚੇਂਜ, ਕਿਉਂਕਿ ਚੇਂਜ ਹਰ ਪਾਸੇ ਚੱਲ ਰਿਹਾ। ਆਪਾਂ ਕਾਂਗਰਸ ਦਾ ਵੀ ਚੇਂਜ ਦੇਖ ਲਿਆ ਕਿ ਨਵਜੋਤ ਸਿੰਘ ਸਿੱਧੂ ਜੀ ਪੰਜਾਬ ਦੇ ਪ੍ਰਧਾਨ ਬਣ ਗਏ ਨੇ, ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਕਿ ਉਹਨਾਂ ਨੇ ਬੀਐਸਪੀ ਨਾਲ ਗੱਠਜੋੜ ਕਰ ਲਿਆ। ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਜਿਹੜੀ ਰਵਾਇਤੀ ਪਾਰਟੀ ਸੀ, ਜਿਹੜਾ ਕਦੇ ਵਾਕਿਆ ਹੀ ਅਕਾਲੀ ਦਲ ਹੁੰਦਾ ਸੀ, ਉਹਦੀਆਂ ਲੀਹਾਂ ਤੋਂ ਲੱਥਿਆ ਪਿਆ। ਔਰ ਜਿੰਨਾ ਪੰਜਾਬ ਦਾ ਨੁਕਸਾਨ ਇਹਨਾਂ ਨੇ ਕੀਤਾ, ਸ਼ਾਇਦ ਹੀ ਕਿਸੇ ਨੇ ਕੀਤਾ ਹੋਣਾ। ਪਹਿਲਾਂ ਇੱਕ ਵੱਡਾ ਸੂਬਾ ਸੀ ਪੰਜਾਬ, ਉਹਦੇ ਸਿਰਫ ਇਸ ਕਰਕੇ 3 ਟੋਟੇ ਕਰਾਤੇ। ਉਹਦੇ 'ਚੋਂ ਹਿਮਾਚਲ ਤੇ ਹਰਿਆਣਾ, ਬੜੀ ਜ਼ਰਖੇਜ਼ ਜ਼ਮੀਨ ਹਰਿਆਣੇ ਦੀ, ਔਰ ਦੇਵਤਿਆਂ ਦੀ ਭੂਮੀ ਜਿਹਨੂੰ ਅਸੀਂ ਕਹਿੰਦੇ ਹਾਂ ਹਿਮਾਚਲ, ਉਹ ਸਾਡੇ ਨਾਲੋਂ ਸਿਰਫ ਇਸ ਕਰਕੇ ਅਲੱਗ ਕਰ ਦਿੱਤਾ ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਪੰਜਾਬ ਦੇ ਵਿੱਚੋਂ ਹੀ ਇਹਨਾਂ ਨੂੰ ਸਿੱਖ ਰਾਜਨੀਤੀ ਦੇ ਵਿੱਚੋਂ ਉਭਾਰ ਮਿਲ ਸਕਦਾ, ਹਿਮਾਚਲ 'ਚੋਂ ਤੇ ਹਰਿਆਣੇ 'ਚੋਂ ਇਹਨਾਂ ਨੂੰ ਵੋਟ ਨਹੀਂ ਮਿਲਣੀ। ਸੋ ਇਹਨਾਂ ਨੇ ਉਸ ਇੱਕ ਵੱਡੇ ਸੂਬੇ ਤੋਂ 3 ਸੂਬੀਆਂ ਬਣਾਤੀਆਂ। ਸੋ ਪੰਜਾਬ ਦਾ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਨੁਕਸਾਨ ਹੋਇਆ। ਐਡੀ ਜ਼ਰਖੇਜ਼, ਐਡੀ ਭਾਗਾਂ ਵਾਲੀ ਜ਼ਮੀਨ, ਦੇਵਤਿਆਂ ਦੀ ਭੂਮੀ, ਉਹ ਸਾਰੀਆਂ ਸਾਡੇ ਨਾਲੋਂ ਤੋੜ ਕੇ ਇੱਕ ਛੋਟੀ ਜਿਹੀ ਪੰਜਾਬ ਦੀ ਸੂਬੀ ਬਣਾਤੀ ਸਿਰਫ ਆਪਣੇ ਪੋਲੀਟੀਕਲ ਮੋਟਿਵ ਵਾਸਤੇ। ਔਰ ਉਹਦੇ ਤੋਂ ਬਾਅਦ ਜਿਹੜੇ ਫਿਰ ਵੀ ਇਹਨਾਂ ਦੇ ਮਨਸੂਬੇ ਪੂਰੇ ਨਹੀਂ ਹੋਏ। ਇੱਕ ਕੱਟੜ ਜਿਹੜੀ ਆਪਣੇ ਆਪ ਨੂੰ ਸਿੱਖ ਜਮਾਤ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਾ ਪਾਰਟੀ, ਉਹਨੇ ਸਮਝੌਤਾ ਕੀਤਾ ਉਸ ਵੇਲੇ ਬੀਜੇਪੀ ਨਾਲ, ਜਿਹੜੀ ਅੱਜ ਆਰਐਸਐਸ ਦੇ ਦੁਆਰਾ ਚਲਾਈ ਜਾਂਦੀ ਇੱਕ ਕੱਟੜਵਾਦ ਹਿੰਦੂ ਪਾਰਟੀ ਹੈਗੀ ਆ। ਸੋ ਇਹਨਾਂ ਦਾ ਕਿਤੇ ਵੀ ਧਾਰਮਿਕ ਮੇਲ ਹੈ ਨਹੀਂ ਸੀ, ਪਰ ਉਹ ਸਿਆਸੀ ਮੇਲ ਸਿਆਸੀ ਮਫਾਦ ਵਾਸਤੇ ਇਸ ਕਰਕੇ ਕਰ ਲਿਆ ਕਿ ਜੇ ਇੱਦਾਂ ਨਹੀਂ ਤਾਂ ਐਂ ਰਲਾ ਕੇ ਸ਼ਾਇਦ ਗੱਲ ਬਣ ਜੂ। ਪਰ ਬੀਜੇਪੀ ਨੇ ਵੀ ਬੜਾ ਇਗਨੋਰ ਮਹਿਸੂਸ ਕੀਤਾ, ਇਹਨਾਂ ਨੇ ਰਗੜ ਕੇ ਹੀ ਰੱਖੇ ਉਹ। ਸੋ ਅੱਜ ਉਹ ਇਹਨਾਂ ਦਾ ਜਦੋਂ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ, ਉਹੀ ਬੀਜੇਪੀ, ਉਹੀ ਪ੍ਰਧਾਨ ਮੰਤਰੀ, ਉਹੀ ਉਹਨਾਂ ਦੇ ਕਾਨੂੰਨ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵੀ ਠੋਕ ਠੋਕ ਕੇ ਐਲਾਨ ਕੀਤਾ, ਬੀਬਾ ਜੀ ਨੇ ਵੀ ਠੋਕ ਠੋਕ ਕੇ ਇਹ ਗੱਲ ਕਹੀ ਕਿ ਮੈਂ ਪੜ੍ਹਿਆ ਜੀ, ਉਹ ਕਾਨੂੰਨ ਬਹੁਤ ਵਧੀਆ ਨੇ ਜੀ, ਕਿਸਾਨ ਤਾਂ ਐਵੇਂ ਰੌਲਾ ਪਾਉਂਦੇ ਆ। ਮੇਰੇ ਮੋਗੇ ਤੋਂ ਜਿਹੜੇ ਸਾਡੇ ਅਕਾਲੀ ਲੀਡਰ ਨੇ, ਉਹਨਾਂ ਦੇ ਫਰਜ਼ੰਦ ਨੇ, ਉਹ ਵੀ ਲਾਈਵ ਹੋ ਕੇ, ਮੇਰੇ ਕੋਲ ਵੀਡੀਓ ਪਈਆਂ ਸਾਰੀਆਂ ਸੋਸ਼ਲ ਮੀਡੀਆ 'ਤੇ ਹੈਗੀਆਂ, ਕਿ ਉਹ ਪੜ੍ਹ ਕੇ ਕਹਿ ਰਹੇ ਆ ਕਿ ਇਹ ਤਾਂ ਬਹੁਤ ਵਧੀਆ ਕਾਨੂੰਨ ਨੇ, ਕਿਸਾਨ ਐਵੇਂ ਰੌਲਾ ਪਾਉਂਦੇ। ਵੱਡੇ ਬਾਦਲ ਸਾਹਿਬ ਤੱਕ ਨੂੰ ਵੀ ਲਿਆ ਕੇ ਲਾਈਵ ਪੇਸ਼ ਕਰ ਦਿੱਤਾ ਵੀ ਇਹ ਕਾਨੂੰਨ ਤਾਂ ਹੈ ਹੀ ਕਿਸਾਨਾਂ ਦੇ ਹੱਕ ਦੇ ਵਿੱਚ, ਇਹ ਐਵੇਂ ਰੌਲਾ ਪਾਉਂਦੇ ਆ। ਸੋ ਉਸ ਦੇ ਵਿੱਚੋਂ ਜਦੋਂ ਦੇਖਿਆ ਕਿ ਆਪਦੇ ਘਰ ਨੂੰ ਘੇਰਾ ਪੈ ਗਿਆ, ਆਪ ਨੂੰ ਪੋਲੀਟੀਕਲੀ ਨੁਕਸਾਨ ਹੁੰਦਾ, ਤੇ ਤੋੜ ਵਿਛੋੜਾ ਕਰ ਲਿਆ। ਔਰ ਕਿਤੇ ਨਾ ਕਿਤੇ ਬੀਜੇਪੀ ਵੀ ਚਿਰ ਤੋਂ ਦੇਖ ਰਹੀ ਸੀ ਕਿ ਉਹਨਾਂ ਨੂੰ ਜਿਵੇਂ ਇਗਨੋਰ ਕੀਤਾ ਜਾ ਰਿਹਾ, ਉਹ ਵੀ ਅਲੱਗ ਹੋਣੇ ਨੂੰ ਤਿਆਰ ਹੀ ਬੈਠੇ ਸੀ। ਸੋ ਉਹਨਾਂ ਦੇ ਟੁੱਟਦਿਆਂ ਹੀ ਨਵੀਂ ਪਾਰਟੀ ਲੱਭ ਲਈ, ਬੀਐਸਪੀ ਦਾ ਕਿਸੇ ਵੇਲੇ ਪੰਜਾਬ ਦੇ ਵਿੱਚ ਆਧਾਰ ਸੀ। ਜਦੋਂ ਉਹਨਾਂ ਦੇ ਲੀਡਰ ਇੱਥੋਂ ਉੱਭਰੇ ਸੀ, ਇੱਥੋਂ ਪਾਰਟੀ ਸ਼ੁਰੂ ਹੋਈ ਸੀ। ਪਰ ਅੱਜ ਜੇ ਮੈਂ ਦੇਖਾਂ ਤਾਂ ਯੂਪੀ ਦੇ ਵਿੱਚ ਵੀ ਜਿਸ ਸਟੈਚਰ 'ਤੇ ਉਹ, ਜਿਸ ਪੱਧਰ 'ਤੇ ਉਹਨਾਂ ਦਾ ਸੀਗਾ, ਅੱਜ ਉੱਥੇ ਵੀ ਉਹ ਹੈ ਨਹੀਂ, ਖਤਮ ਹੈ। ਪੰਜਾਬ ਦੇ ਵਿੱਚੋਂ ਜਿਹੜਾ ਬੀਐਸਪੀ ਕਹਿੰਦੀ ਕਿ ਸਾਡਾ ਆਧਾਰ ਜਿਹੜਾ ਹੈਗਾ ਉਹ ਐਸਸੀ ਵੋਟ ਆ, ਉਸ ਵੋਟ ਨੂੰ ਕਦੇ ਵੀ ਇਹਨਾਂ ਨੇ ਸਾਂਭਿਆ ਨਹੀਂ, ਸਿਰਫ ਵਰਤਿਆ ਹੀ ਆ। ਸੋ ਕਾਂਗਰਸ ਹਮੇਸ਼ਾ ਹੀ ਇੱਕ ਲਿਬਰਲ ਪਾਰਟੀ ਰਹੀ ਹੈ, ਚਾਹੇ ਕੋਈ ਸਿੱਖ ਆ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ। ਔਰ ਜੇ ਜਾਤਾਂ ਬਰਾਦਰੀਆਂ ਦੀ ਗੱਲ ਕਰੀਏ ਤਾਂ ਸਾਰੇ ਐਸਸੀ ਬੀਸੀ ਭਾਈਚਾਰੇ ਇਹ ਕਾਂਗਰਸ ਦਾ ਇੱਕ ਮੁੱਢ ਰਹੇ ਆ। ਔਰ ਕਾਂਗਰਸ ਹਮੇਸ਼ਾ ਇਹਨਾਂ ਨੂੰ ਆਪਣੀ ਤਾਕਤ ਸਮਝ ਕੇ ਇਹਨਾਂ ਨੂੰ ਨਾਲ ਲੈ ਕੇ ਚੱਲਦੀ ਰਹੀ। ਬੀਐਸਪੀ ਨਾਲ ਸਮਝੌਤਾ ਉਹਨਾਂ ਨੇ ਕਰ ਲਿਆ, ਸੀਟਾਂ ਉਹਨਾਂ ਨੂੰ ਉਹ ਛੱਡੀਆਂ ਜਿੱਥੇ ਉਹਨਾਂ ਨੂੰ ਦੀਦਾ ਸੀਗਾ ਕਿ ਅਸੀਂ ਇੱਥੇ ਜਿੱਤ ਨਹੀਂ ਸਕਦੇ। ਔਰ ਜਿਵੇਂ ਉਹਨਾਂ ਨੇ ਬੀਜੇਪੀ ਨੂੰ ਰਗੜੇ ਲਾਈ ਰੱਖੇ, ਆਉਂਦਿਆਂ ਹੀ ਬੀਐਸਪੀ ਨੂੰ ਵੀ ਉਸੇ ਤਰੀਕੇ ਦੇ ਨਾਲ ਪਹਿਲਾਂ ਹੀ ਸੀਟਾਂ ਉਹ ਦੇ ਦਿੱਤੀਆਂ ਜਿੱਥੋਂ ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਮਰਦੇ ਹਾਂ।
ਤਾਂ ਕਿ BSP ਵੀ ਕਿਤੇ ਜਿੱਤ ਕੇ ਤਕੜੀ ਨਾ ਹੋ ਜੇ। ਸੋ ਇਹ ਸਮਝੌਤਾ ਮੈਂ ਸਮਝਦਾ ਕਿ ਕੋਈ ਲੋਕ ਹਿੱਤਾਂ ਵਾਲਾ ਨਹੀਂ, ਰਾਜਨੀਤੀ ਤੋਂ ਪ੍ਰੇਰਿਤ ਹੈ। ਉੱਧਰੋਂ BSP ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਵੀ ਐਂ ਲੱਗਦਾ ਸੀਗਾ ਕਿ ਸਾਨੂੰ ਕੋਈ ਨਾਲ ਠੁੰਮਣਾ ਮਿਲ ਗਿਆ, ਸਹਾਰਾ ਮਿਲ ਗਿਆ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਖੜਾ ਕਰਨ ਲਈ ਜਾਂ ਆਪਣੇ ਆਪ ਦਾ ਦਿਖਾਵਾ ਕਰਨ ਵਾਸਤੇ। ਔਰ ਇੱਧਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹ ਹੋ ਗਿਆ ਕਿ ਇਹਨਾਂ ਦੇ ਕੋਲ ਅੱਜ ਇਕੱਲਿਆਂ ਦੇ ਲੜਨ ਦੀ ਤਾਕਤ ਨਹੀਂ। ਸੋ ਇਹ ਵੀ ਕੋਈ ਵਿਸਾਖੀਆਂ ਕੋਈ ਸਹਾਰਾ ਭਾਲਦੀਆਂ ਸੀ। ਇਸ ਵਾਰੀ ਉਹ BSP ਦੇ ਰੂਪ ਦੇ ਵਿੱਚ ਇਹਨਾਂ ਨੇ ਉਹ ਫੌੜੀਆਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਸਮਝਦਾ ਕਿ ਅੱਜ BSP ਦੇ ਕੋਲ ਜਿਸ ਜਮਾਤ ਦੇ ਨਾਂ 'ਤੇ ਉਹ ਪਾਰਟੀ ਚੱਲਦੀ ਹੈ, ਉਹ ਜਮਾਤ ਅੱਜ ਬਹੁਤਾਤ ਦੇ ਵਿੱਚ ਕਾਂਗਰਸ ਨਾਲ ਜੁੜੀ ਹੋਈ ਹੈ। ਸੋ ਇਹਨਾਂ ਨੂੰ ਉਹਦਾ ਕੋਈ ਲੰਬਾ ਚੌੜਾ ਲਾਹਾ ਨਹੀਂ ਹੋਣਾ। ਜੇ ਆਪਾਂ ਹੁਣ ਗੱਲ ਕਰੀਏ ਕਿ ਮੈਂ ਜ਼ਿਆਦਾ ਗੱਲ ਨਹੀਂ ਕਰਾਂਗਾ ਸਰ, ਆਪਾਂ ਕੋਲ ਸਮਾਂ ਘੱਟ ਆ, ਤੁਹਾਡੇ ਕੋਲ ਵੀ ਘੱਟ ਆਈ ਨੂੰ, ਕਿਉਂਕਿ ਤੁਹਾਡਾ ਸਮਾਂ ਇਸ ਟਾਈਮ ਬਹੁਤ ਜ਼ਿਆਦਾ ਲੋਕਾਂ 'ਚ ਵਿਚਰਨ ਵਾਲਾ ਹੈ। ਮੈਂ ਇਹ ਕਹੂੰਗਾ ਕਿ ਹੁਣ ਲੋਕੀ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਕੀ ਮੁੱਦਾ ਰੱਖਣ ਨੈਕਸਟ ਅੱਗੇ, ਜੇ ਆਪਾਂ ਜਿੱਤ ਰਹੇ ਆਪਣੀ ਸਿਆਸਤ ਆਉਂਦੀ ਆ, ਅਤੇ ਲੋਕ ਕੀ ਉਮੀਦਾਂ ਰੱਖਣ ਅਤੇ ਕਾਂਗਰਸ ਸਰਕਾਰ ਉਹਦੇ 'ਤੇ ਕਿੰਨੀ ਕੁ ਖਰੀ ਉਤਰੇਗੀ? ਦੇਖੋ, ਜਦੋਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਉਸ ਵੇਲੇ ਤੋਂ ਲੈ ਕੇ ਇਕੱਲੀ ਕਾਂਗਰਸ ਜਮਾਤ ਸੀ ਜਿਹਨੇ ਲੜਾਈ ਲੜੀ। ਇਹਦੇ ਇੱਕ ਨਹੀਂ ਹਜ਼ਾਰਾਂ ਲੱਖਾਂ ਜਿਹੜੇ ਇਹਦੇ ਲੀਡਰ ਨਹੀਂ ਕਾਰਕੁਨ ਜਿਹੜੇ ਆ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਚਾਹੇ ਆਪਣੇ ਕੋਲੇ ਲਾਲਾ ਲਾਜਪਤ ਰਾਏ ਜੀ ਢੁੱਡੀਕੇ ਪਿੰਡ ਤੋਂ ਸੀਗੇ, ਕਾਂਗਰਸ ਦੇ ਉਹ ਪ੍ਰਧਾਨ ਰਹੇ ਨੇ, ਉਹਨਾਂ ਦੀ ਸ਼ਹਾਦਤ ਕਿਹਦੀ ਮੈਂ ਗਿਣਾਵਾਂ, ਲੱਖਾਂ ਬੰਦਿਆਂ 'ਚ ਹੈਗੇ। ਔਰ ਸਰਕਾਰ ਸਾਂਭੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਉਸ ਵੇਲੇ ਤੋਂ ਦੇਸ਼ ਦੇ ਇੰਸਟੀਟਿਊਸ਼ਨਸ ਖੜ੍ਹੇ ਕੀਤੇ, ਚਾਹੇ ਉਹ ਰੇਲਵੇ ਸੀ, ਚਾਹੇ ਉਹ ਫੂਡ ਸਪਲਾਈ ਇਹ ਸੀਗੀ ਕਾਰਪੋਰੇਸ਼ਨ ਸੀ, ਚਾਹੇ ਜਹਾਜ਼ਾਂ ਵਾਲਾ ਲੈ ਲਓ ਤੁਸੀਂ ਇੰਡੀਅਨ 에ਅਰਲਾਈਨਸ, ਚਾਹੇ ਆਇਲ ਕਾਰਪੋਰੇਸ਼ਨ, ਡਾਕਖਾਨੇ, ਬੈਂਕਾਂ, ਇੰਨੇ ਇੰਸਟੀਟਿਊਸ਼ਨਸ ਖੜ੍ਹੇ ਕੀਤੇ ਕਿ ਅੱਜ ਜਦੋਂ ਮੋਦੀ ਸਾਹਿਬ ਕਹਿੰਦੇ ਕਿ 70 ਸਾਲ 'ਚ ਕੀਤਾ ਕੀ ਹੈ, ਤਾਂ ਸੂਝਵਾਨ ਬੰਦੇ ਉਸ ਗੱਲ 'ਤੇ ਠਹਾਕਾ ਲਾਉਂਦੇ ਆ ਕਿ ਜਿਹੜੇ ਇੰਸਟੀਟਿਊਸ਼ਨਸ ਕਾਂਗਰਸ ਨੇ ਖੜ੍ਹੇ ਕੀਤੇ ਸੀ ਤੁਸੀਂ ਤਾਂ ਉਹ ਸਾਰੇ ਵੇਚਣ ਅਤੇ ਸੇਲ 'ਤੇ ਲਾਤੇ। ਔਰ ਇਸ ਗੱਲ ਵਾਸਤੇ ਮੈਂ ਇਹ ਗੱਲ ਸ਼ੁਰੂ ਕੀਤੀ ਹੈ ਕਿ ਜਿਸ ਸਰਕਾਰ ਦਾ ਇਹ ਕਾਰਜਕਾਲ ਸੈਂਟਰ 'ਚ ਚੱਲ ਰਿਹਾ, ਅੱਜ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਗਿਆ, ਜਿਹਦੇ ਲੀਡਰ ਆਪ ਇਹ ਗੱਲ ਕਹਿੰਦੇ ਹੋਣ ਕਿ ਅਸੀਂ 15 ਲੱਖ ਵਾਲਾ ਜੁਮਲਾ ਸਿਰਫ ਸਰਕਾਰ ਬਣਾਉਣ ਨੂੰ ਲਿਆਂਦਾ ਸੀ, ਉਹਦੇ 'ਤੇ ਲੋਕ ਕੀ ਭਰੋਸਾ ਕਰ ਸਕਦੇ ਜਿਹੜੇ ਆਪ ਹੀ ਮੂੰਹੋਂ ਮੰਨੀ ਜਾਂਦੇ। ਸੋ ਅੱਜ ਚਾਹੇ ਨੋਟਬੰਦੀ ਦੇ ਵਿੱਚ ਲੋਕ ਮਾਰ ਦਿੱਤੇ, ਅੱਜ ਚਾਹੇ ਜਿਹੜੇ ਇੰਸਟੀਟਿਊਸ਼ਨਸ ਕਾਂਗਰਸ ਨੇ ਖੜ੍ਹੇ ਕੀਤੇ ਸੀ ਉਹ ਸਾਰੇ ਗਿਰਵੀ ਕਰਤੇ, ਵੇਚ ਦਿੱਤੇ ਆ। ਅੱਜ ਤੁਹਾਡੀ ਰਿਜ਼ਰਵ ਬੈਂਕ ਕੋਲ ਜਿਹੜਾ ਇੱਕ ਰਿਜ਼ਰਵ ਪੈਸੇ ਪਏ ਹੁੰਦੇ ਆ ਉਹ ਵੀ ਉਹਨਾਂ ਕੋਲੋਂ ਲੈ ਲਏ। ਜੇ ਉਸ ਰਿਜ਼ਰਵ ਬੈਂਕ ਦੇ ਗਵਰਨਰ ਨੇ ਦੇਣੇ ਤੋਂ ਮਨਾ ਕਰਤੀ ਤਾਂ ਬੰਦਾ ਹੀ ਬਦਲਤਾ। ਸੋ ਅੱਜ ਹਾਲਾਤ ਜੋ ਦੇਸ਼ ਦੇ ਕੀਤੇ ਪਏ ਆ, ਉਹ ਚਾਹੇ ਰਫੇਲ 'ਚ ਕਹਿ ਲਓ, ਚਾਹੇ ਦੂਜਿਆਂ ਮਸਲਿਆਂ 'ਤੇ, ਮੀਡੀਆ ਸਾਰਾ ਇਹਨਾਂ ਦੇ ਨਾਲ ਹੈ। ਆਈ ਐਮ ਸੌਰੀ ਟੂ ਸੇ ਉਹ ਮੈਨੇਜ ਇਸ ਹਿਸਾਬ ਨਾਲ ਕੀਤਾ ਪਿਆ ਕਿ ਦੇਸ਼ ਨੂੰ ਇਹ ਜਿੱਦਾਂ ਇੱਕ ਪੋਲੀਟੀਕਲ ਬੰਦੇ ਚਲਾਉਂਦੇ ਆ, ਇੱਕ ਸੱਤਾਧਾਰੀ ਪਾਰਟੀ ਜਿਹਦੀ ਜ਼ਿੰਮੇਵਾਰੀ ਹੁੰਦੀ ਆ ਦੇਸ਼ ਨੂੰ ਉੱਤੇ ਲਿਜਾਣ ਦੀ, ਦੇਸ਼ ਦੇ ਲੋਕਾਂ ਨੂੰ ਉੱਤੇ ਲਿਜਾਣ ਦੀ, ਦੇਸ਼ ਦੀਆਂ ਪਰੰਪਰਾਵਾਂ ਨੂੰ ਅੱਗੇ ਲਿਜਾਣ ਦੀ, ਦੇਸ਼ ਲਈ ਚੰਗੇ ਕਾਨੂੰਨ ਬਣਾਉਣ ਦੀ, ਉਹ ਸਾਰਾ ਕੁਛ ਅੱਜ ਜੇ ਦੇਖ ਲਓ, ਚਾਹੇ ਕਿਸਾਨ ਉੱਥੇ ਬਰੂਹਾਂ 'ਤੇ ਬੈਠੇ, ਬਾਰਡਰਾਂ 'ਤੇ ਬੈਠੇ ਆ, ਉਹ ਕਾਨੂੰਨਾਂ ਨੂੰ ਰੌਲਾ ਪਾਈ ਜਾਂਦੇ ਆ। ਜਿਹੜਾ ਹੋਰ ਇੱਦਾਂ ਦੇ ਕਾਨੂੰਨ ਸਖਤੀ ਦੇ ਨਾਲ, ਤਾਨਾਸ਼ਾਹੀ ਤਰੀਕੇ ਦੇ ਨਾਲ ਜੋ ਅੱਜ ਹਿੰਦੁਸਤਾਨ ਦੀ ਸਰਕਾਰ ਚੱਲ ਰਹੀ ਹੈ, ਉਹਦੇ ਨਾਲ ਕੁੱਲ ਹਿੰਦੁਸਤਾਨ ਔਰ ਹਿੰਦੁਸਤਾਨੀ ਜਿੱਥੇ ਜਿੱਥੇ ਦੁਨੀਆ 'ਚ ਬੈਠੇ ਆ ਉਹ ਸ਼ਰਮ ਮਹਿਸੂਸ ਕਰਦੇ ਆ ਕਿ ਕਿੱਥੇ ਇਦੋਂ ਪਹਿਲੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੀ ਗੱਲ ਕਰ ਲਓ ਤਾਂ ਅਮਰੀਕਾ ਦੇ ਵਿੱਚ ਉਹਨਾਂ ਨੂੰ ਰੈੱਡ ਕਾਰਪਟ ਦੇ ਨਾਲ ਵੈਲਕਮ ਕੀਤਾ ਜਾਂਦਾ ਸੀ। ਉਸ ਵੇਲੇ ਦੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਉਹਨਾਂ ਨੂੰ ਸੱਦ ਕੇ ਉਹਨਾਂ ਤੋਂ ਫਾਈਨੈਂਸ਼ੀਅਲ ਇਕੋਨੋਮੀ ਦੇ ਉੱਤੇ ਸਲਾਹਾਂ ਲੈਂਦਾ ਸੀ। ਔਰ ਦੂਜੇ ਪਾਸੇ ਅੱਜ ਦੇ ਪ੍ਰਧਾਨ ਮੰਤਰੀ ਟੀਚਰਾਂ ਦੇ ਪਾਤਰ ਬਣੇ ਪਏ ਆ। ਸੋ ਜਦੋਂ ਉਹ ਆਉਂਦੇ ਆ TV 'ਤੇ ਤਾਂ ਉਹ ਲੋਕ ਦੇਖਦੇ ਵੀ ਹੁਣ ਜੈਕਟ ਕਿਹੜੇ ਰੰਗ ਦੀ ਪਾਈ ਵੀ, ਅੱਜ ਕੋਈ ਨਵਾਂ ਨੋਟ ਤਾਂ ਨਹੀਂ ਕੱਢਣ ਲੱਗੇ ਇਸ ਰੰਗ ਦਾ, ਜਾਂ ਲੋਕਾਂ ਦੇ ਸਾਹ ਸੂਤੇ ਜਾਂਦੇ ਆ ਕਿ ਅੱਜ ਹੁਣ ਪਤਾ ਨਹੀਂ ਕੀ ਨਵਾਂ ਸੱਪ ਕੱਢ ਦੇਣਾ। ਸੋ ਇਹ
ਇੰਨਾ ਕੁ ਜ਼ਿਆਦਾ ਪ੍ਰੋਪੋਗੰਡਾ ਕੁਛ ਦੇਰ ਚੱਲਦਾ ਹੁੰਦਾ। ਤੁਸੀਂ ਲੋਕਾਂ ਨੂੰ ਛਲਾਵੇ 'ਚ ਕੁਛ ਸਮੇਂ ਲਈ ਲਿਆ ਸਕਦੇ। ਅੱਜ ਲੋਕ ਇਹ ਗੱਲ ਸਮਝ ਚੁੱਕੇ ਆ ਕਿ ਇਹ ਛਲਾਵੇ ਦੀ ਸਰਕਾਰ ਆ। ਜਿਹੜਾ ਤੇਲ ਉਸ ਵੇਲੇ ਕੱਚਾ ਤੇਲ ਮਹਿੰਗਾ ਸੀ, ਉਹਦੇ ਬਾਵਜੂਦ ਹਿੰਦੁਸਤਾਨ 'ਚ ਰੇਟ ਘੱਟ ਸੀ। ਔਰ ਰਿਲਾਇੰਸ ਦੇ ਪੰਪ, ਕਿਉਂਕਿ 1 ਰੁਪਈਆ ਮਹਿੰਗਾ ਤੇਲ ਦਿੰਦੇ ਸੀ, ਸਰਦਾਰ ਮਨਮੋਹਨ ਸਿੰਘ ਹੋਣਾ ਨੇ ਉਹਨਾਂ ਨੂੰ ਬਰਾਬਰਤਾ ਦਾ ਕਹਿ ਕੇ ਉਨੀ ਦੇਰ ਤੁਸੀਂ ਦੇਖੋ, ਜਿੰਨੀ ਦੇਰ UPA ਦੀ ਸਰਕਾਰ ਰਹੀ, ਕਾਂਗਰਸ ਦੀ ਸਰਕਾਰ ਰਹੀ, ਰਿਲਾਇੰਸ ਦੇ ਪੰਪ ਬੰਦ ਰਹੇ। ਅੱਜ ਇਹਨਾਂ ਦੀ ਸਰਕਾਰ ਆਉਂਦਿਆਂ ਹੀ ਕੱਚਾ ਤੇਲ ਸਸਤਾ ਭਾਵੇਂ, ਪਰ ਪੱਕਾ ਤੇਲ ਜਿਹੜਾ ਡੀਜ਼ਲ ਅਤੇ ਪੈਟਰੋਲ 100 ਰੁਪਈਏ ਤੋਂ ਉੱਤੇ ਹੋ ਗਿਆ। ਲੋਕਾਂ ਨੂੰ ਮਸ਼ੀਨਾਂ ਬਦਲਣੀਆਂ ਪੈ ਗਈਆਂ, ਜਿਹੜੀਆਂ ਡਿਜੀਟਲ ਹੈਗੀਆਂ, ਉਹ 100 ਰੁਪਈਏ ਵਾਲਾ ਖਾਨੇ ਨਹੀਂ, ਉਹਨਾਂ 'ਚ ਉਨੀ ਬਣਦੀ ਨਹੀਂ ਪਈ। ਔਰ ਅੱਜ ਹਾਲਾਤ ਜਿੱਥੇ ਆ ਕੇ ਖੜ੍ਹੇ ਹੋ ਗਏ, ਮੈਂ ਸਮਝਦਾ ਕਿ ਸੈਂਟਰ ਦੇ ਵਿੱਚ ਵੀ ਆਉਣ ਵਾਲੀ ਜਿਹੜੀ 2024 ਦੀ ਸਰਕਾਰ ਆ, ਇਹਨਾਂ ਨੇ ਰਾਹੁਲ ਗਾਂਧੀ ਜੀ ਨੂੰ ਛੋਟੇ ਨਾਂ ਦੇ ਨਾਲ ਕਹਿ ਕੇ, ਕਿਸੇ ਬੰਦੇ ਨੂੰ ਤੁਸੀਂ ਮਾੜਾ ਕਹਿ ਕੇ ਕੁਛ ਦੇਰ ਵਾਸਤੇ ਛਲਾਵਾ ਦੇ ਸਕਦੇ ਆ, ਪਰ ਕਿਸੇ ਦੇ ਗੁਣ, ਕਿਸੇ ਦੀਆਂ ਚੰਗਿਆਈਆਂ ਲੁਕ ਨਹੀਂ ਸਕਦੀਆਂ। ਉਹ ਇੱਕ ਇੰਟੈਲੀਜੈਂਟ ਅਤੇ ਇਮਾਨਦਾਰ ਬੰਦਾ। ਇਮਾਨਦਾਰੀ ਕਈ ਵਾਰੀ ਤੁਹਾਡੇ ਰਾਹ 'ਚ ਰੋੜਾ ਬਣ ਜਾਂਦੀ। ਸੱਚ ਬੋਲਣ ਵਾਲਾ ਬੰਦਾ ਕਈ ਵਾਰੀ ਲੇਟ ਤਾਂ ਜ਼ਰੂਰ ਹੋ ਸਕਦਾ, ਪਰ ਉਹ ਲੁਕ ਨਹੀਂ ਸਕਦਾ। ਸੋ ਜੋ ਹਾਲਾਤ ਬਣੇ ਪਏ ਆ ਅੱਜ ਹਿੰਦੁਸਤਾਨ ਦੇ, ਜੋ ਲੋਕਾਂ ਨੂੰ ਦਿਸੀ ਜਾਂਦਾ ਕਿ ਰਾਹੁਲ ਗਾਂਧੀ ਦੇ ਅੰਦਰ ਪੋਟੈਂਸ਼ੀਅਲ ਕੀ ਹੈਗਾ, ਆ ਪੰਜਾਬ ਦਾ ਫੈਸਲਾ ਬੜੀ ਦ੍ਰਿੜਤਾ ਨਾਲ ਲਿਆ। ਸੋ ਇਹ 24 ਦੇ ਵਿੱਚ ਨਿਸ਼ਾਨੀ ਹੈ ਕਿ ਹਿੰਦੁਸਤਾਨ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਅਵੱਸ਼ ਆਊਗੀ। ਅੱਜ ਮੇਰੀ ਗੱਲ ਨੋਟ ਕਰ ਲਓ। ਔਰ ਦੂਜੇ ਪਾਸੇ ਜਿੱਥੇ ਪੰਜਾਬ ਦੀ ਗੱਲ ਆਪਾਂ ਕਰੀਏ, ਅੱਜ ਜੋ ਮਰਜ਼ੀ ਇਹ ਰੌਲਾ ਪਾਈ ਜਾਣ, ਜਿਹੜੇ ਮਰਜ਼ੀ ਮੁੱਦੇ ਦੇ ਉੱਤੇ ਗੱਲ ਕਰ ਲਓ, ਪੰਜਾਬ ਦੀ ਸਰਕਾਰ ਨੇ ਬੜੇ ਸੋਹਣੇ ਢੰਗ ਨਾਲ, ਉਹ ਗੱਲ ਵੱਖਰੀ ਹੈ, ਪੰਜਾਬ ਦਾ ਕਾਂਗਰਸੀ ਵਰਕਰ ਕਹਿੰਦਾ ਰਿਹਾ ਕਿ ਮੇਰੀ ਸੁਣਵਾਈ ਨਹੀਂ। ਕਿਉਂ ਕਹਿੰਦਾ ਰਿਹਾ? ਕਿਉਂਕਿ ਬਰਾਬਰਤਾ ਸੀ। ਲੋਕ ਕਿਤੇ ਨਾ ਕਿਤੇ ਚਾਹੁੰਦੇ ਸੀਗੇ ਕਿ ਸਾਡੀ ਲੋੜੋਂ ਵੱਧ ਸੁਣਵਾਈ ਹੋਵੇ। ਜਿੱਦਾਂ ਉਹਨਾਂ ਨੇ ਚੰਮਦੀਆਂ ਚਲਾਈਆਂ, ਅਸੀਂ ਚਲਾਈਏ। ਪਰ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਇਸ ਗੱਲੋਂ ਪਿੱਠ ਸੁਣਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਦੇ ਵੀ ਉਹਨਾਂ ਨੇ ਅੱਖੋਂ ਪਰੋਖੇ ਨਹੀਂ ਕੀਤਾ। ਉਹਨਾਂ ਨੇ ਹਰ ਵੇਲੇ ਆਪਣੀ ਨਿਗਾਹ ਜਿਹੜੀ ਆ ਉਹ ਪੰਜਾਬ ਦੇ ਮਸਲਿਆਂ 'ਤੇ, ਪੰਜਾਬ ਦੇ ਅਮਨ ਕਾਨੂੰਨ 'ਤੇ ਬਣਾ ਕੇ ਰੱਖੀ ਹੈ। ਸਰਸੇ ਵਾਲੇ ਸੰਤ ਰਾਮ ਰਹੀਮ ਜਦੋਂ ਗ੍ਰਿਫਤਾਰ ਹੋਏ, ਹਰਿਆਣੇ 'ਚ ਬਲਾਤਕਾਰ ਹੋਏ, ਲੁੱਟਾਂ ਹੋਈਆਂ, ਅੱਗਾਂ ਲੱਗੀਆਂ, ਪੰਜਾਬ 'ਚ ਇੱਕ ਚਿੜੀ ਨਹੀਂ ਫੜਕਣ ਦਿੱਤੀ। ਆ ਜਿਹੜੀ ਕਰੋਨਾ ਦੀ ਮਹਾਂਮਾਰੀ ਆਈ ਹੈ, ਇਹਦੇ ਦੌਰਾਨ ਦੇਖ ਲਓ, ਇਹਦੇ ਤੋਂ ਪਹਿਲਾਂ ਹੜ੍ਹ ਆਏ ਸੀ, ਉਹਦੇ ਦੌਰਾਨ ਦੇਖ ਲਓ, ਜੋ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੰਟਰੋਲ ਕੀਤਾ, ਮੈਂ ਸਮਝਦਾ ਕਿ ਇੱਕ ਬਹੁਤ ਅੱਛੇ ਪ੍ਰਸ਼ਾਸਕ ਦਾ ਸਬੂਤ ਦਿੱਤਾ। ਸੋ ਇਸ ਗੱਲ ਕਰਕੇ ਹੀ ਜਿਹੜਾ ਵਿਰੋਧੀ ਸੀ, ਉਹਨਾਂ ਨੂੰ ਹਵਾ 'ਚ ਤਲਵਾਰਾਂ ਜੋ ਮਰਜ਼ੀ ਮਾਰੀ ਜਾਣ। ਵਿਰੋਧੀ ਦਾ ਕੰਮ ਹੁੰਦਾ ਵਿਰੋਧ ਕਰਨਾ, ਇਲਜ਼ਾਮਬਾਜ਼ੀਆਂ ਲਾਉਣੀਆਂ, ਉਹ ਜੋ ਮਰਜ਼ੀ ਲਾਈ ਜਾਣ। ਪਰ ਲੋਕ ਜਾਣਦੇ ਆ ਕਿ ਅੱਜ ਅਕਾਲੀ ਦਲ ਕੋਲੇ ਗੱਲ ਕਰਨ ਦਾ ਕੋਈ ਮੁੱਦਾ ਨਹੀਂ ਹੈਗਾ। ਜੇ ਉਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ, ਇਸ ਕਰਕੇ ਹੀ ਉਹ ਉਰਲੀਆਂ ਪੁਰਲੀਆਂ ਮਾਰ ਰਹੇ। ਅੱਜ ਅਕਾਲੀ ਦਲ 2 ਭਾਗਾਂ 'ਚ ਟੁੱਟ ਗਿਆ। ਲੋਕ ਉਹਨੂੰ ਪਸੰਦ ਨਹੀਂ ਕਰਦੇ ਪਏ। ਜਦੋਂ ਅਕਾਲੀ ਦਲ ਦਾ ਮੇਨ ਜਿਹੜਾ ਲੀਡਰ ਆ ਉਹ ਸਟੇਜ 'ਤੇ ਚੜ੍ਹਦਾ ਤਾਂ ਲੋਕ ਕਿਤੇ ਨਾ ਕਿਤੇ ਉਹਨੂੰ ਮਖੌਲੀਆ ਅਤੇ ਮਜ਼ਾਹੀਆ ਤਰੀਕੇ ਦੇ ਨਾਲ ਲੈਂਦੇ ਆ। ਜਿਵੇਂ ਭਗਵੰਤ ਮਾਨ ਟੀਚਰਾਂ ਕਰਦਾ, ਉਵੇਂ ਦੀਆਂ ਹੀ ਉਹਨਾਂ ਦੀਆਂ ਟੀਚਰਾਂ ਲੋਕ ਲੈਂਦੇ। ਸੋ ਮੈਂ ਸਮਝਦਾ ਕਿ BJP ਦਾ ਅੱਡ ਹੋਣਾ, ਅਕਾਲੀ ਦਲ ਦਾ ਸਪਲਿਟ ਹੋਣਾ, ਅੱਜ ਉਹ ਜਿਹੜੀਆਂ 20 ਕੁ ਸੀਟਾਂ ਲਗਿਆ ਸੀ, ਉਹਨਾਂ 'ਚੋਂ ਵੀ ਮੈਨੂੰ ਲੱਗਦਾ 5 ਕੁ ਰਹਿ ਜਾਣੀਆਂ। ਦੂਜੇ ਪਾਸੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਸੁਖਪਾਲ ਖਹਿਰਾ, ਕਮਾਲੂ ਜੀ, ਉਹ 2-3 ਜਾਣੇ ਅਲੱਗ ਹੋ ਗਏ। ਉਹਨਾਂ ਦੇ ਜਿਹੜੇ ਬਹੁਤ ਸੀਨੀਅਰ ਪੱਤਰਕਾਰ ਸੀਗੇ, ਕੁੰਵਰ ਸਾਹਿਬ, ਉਹ ਅਲੱਗ ਹੋ ਗਏ। ਇੱਕ ਗਰੁੱਪ ਹੋਰ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਸੀ, ਮਾਨਸ਼ਾਹੀਆ ਸਾਹਿਬ ਹੋਣੀ। ਸੋ ਅੱਜ ਹਾਲਾਤ ਜਿਹੜੇ ਨੇ ਸਿਆਸੀ ਤੌਰ ਦੇ ਉੱਤੇ, ਜਿਹੜੀਆਂ ਦੋਨੇ ਹੀ ਵਿਰੋਧੀ ਪਾਰਟੀਆਂ, ਚਾਹੇ ਅਕਾਲੀ ਦਲ ਹੈ, ਚਾਹੇ ਆਪਣੀ ਆਮ ਆਦਮੀ ਪਾਰਟੀ ਹੈ, ਦੋਨਾਂ ਕੋਲੇ ਕੋਈ ਮੁੱਦਾ ਨਹੀਂ, ਸਿਰਫ ਸਿਆਸਤ ਕੀਤੀ ਜਾ ਰਹੀ ਹੈ। ਲੋਕ ਇਸ ਚੀਜ਼ ਨੂੰ ਸਮਝਦੇ ਆ। ਸੋ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਦੋਨਾਂ ਪਾਰਟੀਆਂ 'ਚੋਂ ਵੱਡੇ ਚਿਹਰੇ, ਜਿੱਥੇ ਪਹਿਲਾਂ ਸ਼ਾਮਲ ਹੋਏ ਆਮ ਆਦਮੀ ਪਾਰਟੀ 'ਚੋਂ ਵੱਡੇ ਚਿਹਰੇ, ਆਉਣ ਵਾਲੇ ਦਿਨਾਂ 'ਚ ਦੋਨਾਂ ਪਾਰਟੀਆਂ 'ਚੋਂ ਵੱਡੇ ਚਿਹਰੇ ਹੋਰ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ। ਔਰ ਉਹ ਤੁਹਾਨੂੰ
ਦੱਸੂਗੀ ਗੱਲ ਕਿ ਅੱਜ ਕਾਂਗਰਸ ਨੂੰ ਲੋਕ ਪਸੰਦ ਕਰਦੇ, ਟੁੱਟ ਕੇ ਦੂਜੀਆਂ ਪਾਰਟੀਆਂ ਤੋਂ ਇੱਧਰ ਨੂੰ ਆ ਰਹੇ ਆ। ਸੋ ਮੈਨੂੰ ਇਸ ਗੱਲ ਦੀ ਪੂਰਨ ਆਸ ਭਰੋਸਾ ਕਿ 2022 'ਚ ਲੋਕ ਕਾਂਗਰਸ ਪਾਰਟੀ ਨੂੰ ਤਰਜੀਹ ਦੇਣਗੇ। ਔਰ ਫਿਰ ਜਿਵੇਂ 77 ਦੇ ਨਾਲ ਅਸੀਂ ਜਿੱਤੇ ਸੀ, 3 ਬਾਈ ਇਲੈਕਸ਼ਨਾਂ 'ਚ ਜਿੱਤ ਗਏ ਅਤੇ 3 ਹੋਰ ਰਲ ਕੇ ਅਸੀਂ ਅੱਜ 83 'ਤੇ ਸੰਖਿਆ ਪਹੁੰਚੀ ਪਈ ਹੈ, ਉਵੇਂ ਹੀ ਅਸੀਂ ਵੱਡੀ ਲੀਡ ਦੇ ਨਾਲ ਜਿੱਤ ਕੇ ਆਵਾਂਗੇ। ਇਹ ਮੈਨੂੰ ਪੂਰੀ ਆਸ ਹੈ। ਔਰ ਮੈਂ ਤੁਹਾਡੇ ਚੈਨਲ 'ਤੇ ਜਿਹੜੀ ਅੱਜ ਕਹਿ ਕੇ ਚੱਲਿਆ, ਇਹ ਨੋਟ ਕਰ ਲਿਓ ਤੁਸੀਂ। ਮੈਂ ਫਿਰ ਆਪਾਂ ਇਦੋਂ ਬਾਅਦ ਵੀ ਡਿਸਕਸ ਕਰਾਂਗੇ। ਔਰ ਅੱਜ ਜਿਹੜੇ ਸਾਡੇ ਕਿਸਾਨ ਬੈਠੇ ਆ, ਸਿੱਧੂ ਸਾਹਿਬ ਨੇ ਉਹਨਾਂ ਵਾਸਤੇ ਕਿਹਾ ਕਿ ਸਾਡੇ ਉਹ ਬਜ਼ੁਰਗ, ਸਾਡੇ ਬੱਚੇ, ਅਸੀਂ ਉਹਨਾਂ ਲਈ ਨੰਗੇ ਪੈਰੀਂ ਜਾ ਕੇ ਉਹਨਾਂ ਦੇ ਨਾਲ ਖੜ੍ਹੇ ਹਾਂ। ਔਰ ਮੈਂ ਸਮਝਦਾ ਕਿ ਕਿਸਾਨਾਂ ਨੂੰ ਇਸ ਗੱਲ ਦਾ ਭਲੀ ਭਾਂਤ ਇਲਮ ਆ ਕਿ ਜੇ ਪੰਜਾਬ ਦੀ ਕਾਂਗਰਸ ਸਰਕਾਰ ਉਹਨਾਂ ਦਾ ਸਾਥ ਨਾ ਦਿੰਦੀ ਤਾਂ ਪੰਜਾਬ ਦੇ ਵਿੱਚੋਂ ਵੀ ਉਹੀ ਹਾਲ ਹੋਣੇ ਸੀ ਜੋ ਹਰਿਆਣਾ ਗੌਰਮੈਂਟ ਦੇ ਵਿੱਚ ਉਹਨਾਂ ਨੇ ਆਪਣੇ ਕਿਸਾਨਾਂ ਨਾਲ ਕੀਤਾ। ਸੋ ਮੈਂ ਇੱਕ ਜ਼ਰੂਰ ਤੁਹਾਡੇ ਚੈਨਲ ਤੋਂ ਲੋਕਾਂ ਨੂੰ ਕਹਿਣਾ ਚਾਹੂੰਗਾ, ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਲਈ ਜ਼ਰੂਰ ਕਹੂੰਗਾ ਕਿ ਤੁਹਾਡਾ 7-8 ਮਹੀਨਿਆਂ ਦਾ ਬੜਾ ਸ਼ਾਂਤਮਈ ਅੰਦੋਲਨ ਬਹੁਤ ਸਿਰੇ 'ਤੇ ਪਹੁੰਚਿਆ ਪਿਆ। ਕੁਛ ਤਾਕਤਾਂ ਇਹਨੂੰ ਖਰਾਬ ਕਰਨ ਵਾਸਤੇ ਹਰ ਹੀਲਾ, ਹਰ ਯਤਨ ਲਾਉਣਗੀਆਂ। ਜਿਸ ਤਰ੍ਹਾਂ ਇੱਕ ਅੰਨਾ ਹਜ਼ਾਰੇ ਦੀ ਮੂਵਮੈਂਟ 'ਚੋਂ ਕੇਜਰੀਵਾਲ ਨੇ ਆਪਦੀ ਇੱਕ ਵੱਖਰੀ ਸੋਚ ਅਤੇ ਇੱਕ ਸਿਆਸੀ ਲਾਹਾ ਲੈ ਕੇ ਬਾਹਰ ਨਿਕਲ ਗਿਆ, ਇਸ ਤਰੀਕੇ ਨਾਲ ਇੱਥੋਂ ਵੀ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਆਪ ਦਾ ਇਹਦੇ ਵਿੱਚੋਂ ਸਿਆਸੀ ਭਵਿੱਖ ਤਲਾਸ਼ ਰਹੇ। ਸੋ ਮੈਂ ਜਥੇਬੰਦੀਆਂ ਦੇ ਜਿਹੜੇ ਸੀਨੀਅਰ ਆਗੂ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਬੜੀ ਸੰਜੀਦਗੀ ਦੇ ਨਾਲ ਅਤੇ ਬਹੁਤ ਅੱਛੇ ਤਰੀਕੇ ਨਾਲ, ਜਿਵੇਂ ਤੁਸੀਂ ਹੁਣ ਉੱਥੇ ਸੰਸਦ ਚਲਾ ਰਹੇ ਆ, ਸਿਰਫ 5-5 ਬੰਦੇ ਲਏ ਆ ਤਾਂ ਕਿ ਜਿਵੇਂ ਪਹਿਲਾਂ ਹੁੱਲੜਬਾਜ਼ੀ ਹੋ ਗਈ ਸੀ ਲਾਲ ਕਿਲ੍ਹੇ ਵਾਲੀ, ਕੋਈ ਉੱਦਾਂ ਦਾ ਮਸਲਾ ਨਾ ਹੋਵੇ ਉਹ। ਪਰ ਅੱਜ ਮੈਂ ਦੇਖ ਰਿਹਾ ਸੀਗਾ ਕੱਲ੍ਹ ਵਾਲੇ 'ਚ ਸਿੱਧੂ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਅਤੇ ਕੁਛ ਬੰਦੇ ਉੱਥੇ ਕਾਲੀਆਂ ਝੰਡੀਆਂ ਨਾਲ ਕਰ ਰਹੇ। ਇੱਕ ਤੁਹਾਡੇ ਵਰਗੇ ਪੱਤਰਕਾਰ ਨੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਹ ਕਹਿ ਕੇ ਟਾਲ ਗਏ ਵੀ ਇਹਨਾਂ ਗੱਲਾਂ ਦੇ ਮੈਂ ਬਾਅਦ 'ਚ ਜਵਾਬ ਦਊਂਗਾ ਜੀ, ਉਹ ਸਾਡੇ ਪ੍ਰਧਾਨ ਜੀ ਨੂੰ ਪਤਾ ਜੀ। ਇਹ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ, ਉਹਨਾਂ ਕੋਲ ਕੋਈ ਹੋਰ ਮੁੱਦਾ ਨਹੀਂ। ਉਹਨਾਂ ਨੇ ਆਪਦੀ ਬੀ ਟੀਮ ਵਿੱਚ ਵਾੜ ਕੇ ਕਿਸਾਨਾਂ ਦੇ ਅੰਦੋਲਨ ਨੂੰ ਪਹਿਲਾਂ ਸ਼ੁਰੂ ਤੋਂ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੋਦੀ ਸਾਹਿਬ ਤੇ ਕਾਲੇ ਕਾਨੂੰਨਾਂ ਦੇ ਹੱਕ 'ਚ ਬੋਲਦੇ ਸੀ। ਅੱਜ ਉਹ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੁੜ ਕੇ ਜਿਹੜਾ ਮਸੀਂ ਅਮਨ ਸ਼ਾਂਤੀ ਹੋਈ ਆ ਉਹਨੂੰ ਭੰਗ ਕਰਨ ਦਾ ਯਤਨ ਕਰ ਰਹੇ। ਸੋ ਕਿਸਾਨ ਜਥੇਬੰਦੀਆਂ ਇਸ ਗੱਲ ਤੋਂ ਸੁਚੇਤ ਹੋਣ। ਅੱਜ ਆਮ ਆਦਮੀ ਪਾਰਟੀ ਦੇ, ਅੱਜ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਘੇਰ ਨਹੀਂ ਰਹੇ। ਜੇ ਕਾਂਗਰਸ ਵਾਲੇ ਤੁਹਾਨੂੰ ਇੰਨੇ ਸਤਿਕਾਰ ਦੇ ਨਾਲ, ਪਿਆਰ ਦੇ ਨਾਲ ਬਾਰਡਰਾਂ ਤੱਕ ਤੁਹਾਡੇ ਲਈ ਕਰ ਰਹੇ ਆ, ਪਿੱਛੋਂ ਤੁਹਾਡਾ ਧਿਆਨ ਰੱਖ ਰਹੇ ਆ, ਤੁਹਾਨੂੰ ਹਰ ਤਰੀਕੇ ਦੇ ਨਾਲ ਸਾਰਾ ਕੁਛ ਤੁਹਾਨੂੰ ਦੇਖ ਰੇਖ ਔਰ ਮੁਹੱਈਆ ਕਰ ਰਹੇ ਆ, ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਕਿਸਾਨ ਕੋਈ ਵੱਖਰੀ ਪਾਰਟੀ ਨਹੀਂ, ਉਹਦੇ 'ਚ ਸਾਡੇ ਕਾਂਗਰਸੀ ਵੀ ਤਾਂ, ਅਸੀਂ ਵੀ ਤਾਂ ਕਿਸਾਨਾਂ 'ਚੋਂ ਆਉਂਦੇ ਹਾਂ। ਸੋ ਸਾਡੇ ਤੁਸੀਂ ਆਪਣੇ ਆ। ਥੋੜ੍ਹਾ ਜਿਹਾ ਇਸ ਗੱਲ 'ਤੇ ਧਿਆਨ ਦਿਓ। ਜਿੱਥੇ ਤੁਸੀਂ ਦਿੱਲੀ ਬੈਠੇ ਹੋ ਸੰਜੀਦਗੀ ਦੇ ਨਾਲ ਮੋਰਚਿਆਂ ਨੂੰ ਸ਼ਾਂਤੀ ਨਾਲ ਚਲਾ ਰਹੇ ਆ, ਆ ਪਿੰਡਾਂ ਦੇ ਵਿੱਚ ਜਿਹੜੇ ਚੰਦ ਲੋਕ ਇਸ ਤਰੀਕੇ ਦੀ ਹਵਾ ਕਰ ਰਹੇ ਨੇ, ਉਹ ਤੁਹਾਡੇ ਅੰਦੋਲਨ ਨੂੰ ਕਿਤੇ ਨਾ ਕਿਤੇ ਢਾਹ ਲਾ ਰਹੇ ਆ। ਔਰ ਆਮ ਲੋਕਾਂ ਨੂੰ ਇਸ ਗੱਲ ਦੇ ਵਿੱਚੋਂ ਕੋਈ ਬਹੁਤਾ ਚੰਗਾ ਮੈਸੇਜ ਨਹੀਂ ਜਾਂਦਾ, ਤੁਸੀਂ ਆਮ ਲੋਕ ਮਨਾਂ ਤੋਂ ਲੈ ਜਾਓਗੇ। ਸੋ ਇਹ ਚੀਜ਼ ਨੂੰ ਬੜਾ ਧਿਆਨ ਕਰਨ ਦੀ ਲੋੜ ਆ, ਕਿਉਂਕਿ ਦੂਜੀਆਂ ਸਿਆਸੀ ਪਾਰਟੀਆਂ ਆਪ ਦੇ ਬੰਦੇ ਵਿੱਚ ਵੜ ਕੇ ਤੁਹਾਡੇ ਅੰਦੋਲਨ ਨੂੰ, ਉਹਦੇ 'ਚ ਬੀਜੇਪੀ ਦੇ ਵੀ ਹੋ ਸਕਦੇ, ਉਹਦੇ 'ਚ ਅਕਾਲੀ ਦਲ ਦੇ ਵੀ ਹੋ ਸਕਦੇ, ਉਹਦੇ 'ਚ ਆਮ ਆਦਮੀ ਦੇ ਵੀ ਹੋ ਸਕਦੇ, ਕਿਉਂਕਿ ਉਹਨਾਂ ਨੂੰ ਨਹੀਂ ਘੇਰਿਆ ਜਾ ਰਿਹਾ। ਸੋ ਇਸ ਕਰਕੇ ਇਹ ਮੈਂ ਤੁਹਾਡੇ ਚੈਨਲ ਤੋਂ ਮੈਸੇਜ ਦੇਣਾ ਚਾਹੁੰਦਾ ਜਥੇਬੰਦੀਆਂ ਦੇ ਸੀਨੀਅਰ ਲੀਡਰ ਸਾਹਿਬਾਨ ਨੂੰ। ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਹੇ ਨੇ। ਅਸੀਂ ਧਰਨਿਆਂ ਦੇ ਵਿੱਚ ਉਹਨਾਂ ਦੇ ਜਦੋਂ ਬੰਦ ਦਾ ਸੱਦਾ ਦਿੱਤਾ, ਮੈਂ ਗਿਆ ਸੀ ਉੱਥੇ, ਔਰ ਉਹ ਪ੍ਰਾਈਮ ਏਸ਼ੀਆ TV 'ਤੇ ਉਹਨਾਂ ਨੇ ਦੱਸਿਆ ਕਿ ਇੱਕ ਭਗਵੰਤ ਮਾਨ ਅਤੇ ਇੱਕ ਮੋਗੇ ਵਾਲਾ MLA ਇਸ ਤਰੀਕੇ ਨਾਲ ਬੈਠੇ ਸੀ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਬਹੁਤ ਦੇਰ ਕਿ ਉਹ ਕੋਈ। ਸੋ ਅਸੀਂ ਹਰ ਤਰੀਕੇ ਨਾਲ ਸੀ, ਨਾਲ ਹਾਂ ਔਰ ਨਾਲ ਰਵਾਂਗੇ, ਪਰ ਕਿਤੇ ਨਾ ਕਿਤੇ ਲਗਾਮ ਪਾਉਣ ਦੀ ਲੋੜ ਹੈ।
ਥੈਂਕ ਯੂ ਸਰ। ਮੈਂ ਆਸ਼ਾ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਇਹਨਾਂ ਦੀ ਗੱਲਾਂ ਸੁਣੀਆਂ ਹੋਣਗੀਆਂ। ਆਪਾਂ ਲੋਕ ਕਿਤੇ ਨਾ ਕਿਤੇ ਸੁਖੋਲੇ ਹੋ ਜਾਵਾਂਗੇ ਇਹਨਾਂ ਸਿਆਸੀ ਆਗੂਆਂ ਦੀਆਂ ਗੱਲਾਂ ਸੁਣ ਕੇ, ਜੋ ਉਹਨਾਂ ਨੇ ਦੱਸਿਆ ਕਿ ਕੀ ਹਾਲਾਤ ਨੇ ਜਾਂ ਕਿਸ ਤਰੀਕੇ ਨਾਲ ਕਿਹੜੀਆਂ ਅਫਵਾਹਾਂ ਉੱਡਦੀਆਂ ਨੇ ਜਾਂ ਕਿੰਨੀਆਂ ਗੱਲਾਂ ਸੱਚ ਨੇ। ਸੋ ਸਾਡਾ ਸਰ ਇਹੀ ਮੇਨ ਮਕਸਦ ਹੁੰਦਾ ਕਿ ਹੁਣ 2022 ਦੀਆਂ ਜੋ ਵੋਟਾਂ ਆ ਰਹੀਆਂ ਨੇ, ਅਸੀਂ ਲੋਕ ਸਾਰੇ ਕਲੀਅਰ ਹੋ ਸਕੀਏ, ਕਿਉਂਕਿ ਸਾਡੀ ਇੱਕ ਇੱਕ ਵੋਟ ਨਾਲ, ਆਮ ਜਨਤਾ ਦੀ ਇੱਕ ਇੱਕ ਵੋਟ ਨਾਲ ਹੀ ਸਰਕਾਰਾਂ ਬਣਨੀਆਂ ਨੇ। ਸੋ ਇਸੇ ਲਈ ਅਸੀਂ ਉਹਨਾਂ ਲੋਕਾਂ ਨੂੰ ਕਲੀਅਰ ਕਰਦੇ ਹਾਂ, ਸੋ ਦੈਟ ਉਹਨਾਂ ਦਾ ਇੱਕ ਜਿਹੜਾ ਫੈਸਲਾ ਹੈ ਉਹ ਸਹੀ ਬਣ ਕੇ ਸਾਡੇ ਸਾਹਮਣੇ ਆਵੇ। ਸੋ ਸਰ ਬਹੁਤ ਬਹੁਤ ਸ਼ੁਕਰੀਆ ਆਪਣਾ ਸਮੇਂ ਦੇਣ ਲਈ ਸਾਨੂੰ, ਤੇ ਬਹੁਤ ਅੱਛਾ ਲੱਗਾ ਸਰ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਆਸ਼ਾ ਕਰਦੇ ਹਾਂ ਕਿ ਲੋਕਾਂ ਨੂੰ ਵੀ ਗੱਲਾਂ ਬਾਤਾਂ ਸਰ ਨੇ ਸੁਣੀਆਂ, ਜੋ ਉਹਨਾਂ ਨੇ ਕਿਹਾ ਉਹ ਇੱਕ ਬਹੁਤ ਵਧੀਆ ਤੇ ਬਹੁਤ ਇੱਕ ਅੱਛਾ ਰੈਵੋਲੂਸ਼ਨ ਲੈ ਕੇ ਆਏਗਾ ਸਾਡੇ ਪੰਜਾਬ ਦੇ ਵਿੱਚ, ਇੱਕ ਸੋਹਣਾ ਪੰਜਾਬ ਬਣਾਉਣ 'ਚ। ਬਿਕਾਜ਼ ਸਾਡੇ ਸਿਆਸੀ ਆਗੂਆਂ ਨੇ ਜਿਨ੍ਹਾਂ ਨੇ ਸ਼ੁਰੂਆਤ ਕਰਨੀ ਹੈ ਨਾ, ਜਿਨ੍ਹਾਂ ਤੋਂ ਤੁਸੀਂ ਜਿਵੇਂ ਕਹਿੰਦੇ ਕਿ ਇੱਕ ਬੰਦੇ ਨੇ ਐਕਸਪੈਕਟੇਸ਼ਨ ਰੱਖੀ ਹੁੰਦੀ ਹੈ ਆਪਣੇ ਆਗੂ ਤੋਂ, ਜਿਹਨਾਂ ਕੋਲ ਉਹਨੇ ਵੋਟ ਪਾ ਕੇ ਜਿਤਾਇਆ ਹੁੰਦਾ ਵਾ। ਅਤੇ ਸਾਡੇ ਸਾਰੇ ਦੀ ਆਸ਼ਾਵਾਂ ਨੇ ਕਿ ਜਿਹੜੇ ਸਾਡੇ ਸਿਆਸੀ ਆਗੂ ਬਣਨ, ਉਹ ਸਾਡਾ ਵਿਕਾਸ ਕਰੇ, ਸਾਡੇ ਦੇਸ਼ ਦਾ ਵਿਕਾਸ ਕਰੇ, ਸਾਡੇ ਸੂਬੇ ਦਾ ਵਿਕਾਸ ਕਰੇ। ਸੋ ਥੈਂਕ ਯੂ ਸੋ ਮਚ ਸਰ ਗਿਵਿੰਗ ਯੂਰ ਟਾਈਮ। ਦੇਖੋ, ਪੜ੍ਹੇ ਲਿਖੇ ਬੰਦਿਆਂ ਨੂੰ ਅੱਗੇ ਲਿਆਉਂਗੇ ਤਾਂ ਉਹਨਾਂ ਦਾ ਵਿਜ਼ਨ ਹੋਊਗਾ। ਜੇ ਇਸ ਜਮਾਤ ਨੇ ਬਾਕੀਆਂ ਨੂੰ ਅੱਗੇ ਲੈ ਕੇ ਜਾਣਾ, ਜੇ ਉਹਦੇ 'ਚ ਆਪਣੇ 'ਚ ਕੋਈ ਵਿਜ਼ਨ ਨਹੀਂ ਤਾਂ ਫਿਰ ਉਹ ਕਿਸੇ ਨੂੰ ਕੀ ਰਾਹ ਦਿਖਾ ਸਕਦਾ। ਸੋ ਤੁਹਾਡਾ ਧੰਨਵਾਦ, ਤੁਸੀਂ ਆਏ ਹੋ। ਗੱਲਾਂ ਬਹੁਤ ਕਰਨ ਵਾਲੀਆਂ, ਆਪਾਂ ਫੇਰ ਵੀ ਮਿਲਦੇ ਰਵਾਂਗੇ, ਪਰ ਮੈਂ ਸਮਝਦਾ ਕਿ ਪੰਜਾਬ ਦਾ ਭਵਿੱਖ ਕਾਂਗਰਸ ਦੇ ਹੱਥਾਂ 'ਚ ਸੁਰੱਖਿਅਤ ਰਹੂਗਾ, ਇਸ ਕਰਕੇ ਕਿ ਇਹ ਧਰਮ ਜਾਤ ਤੋਂ ਉੱਪਰ ਉੱਠ ਕੇ ਇੱਕ ਲਿਬਰਲ ਪਾਰਟੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਔਰ ਦੋ ਚੀਜ਼ਾਂ ਜਿਹੜੀਆਂ ਹੈਲਥ ਅਤੇ ਐਜੂਕੇਸ਼ਨ, ਅੱਜ ਉਹ ਪ੍ਰਮੋਟ ਹੋਈਆਂ। ਪੰਜਾਬ ਪਹਿਲੇ ਨੰਬਰ 'ਤੇ ਸਕੂਲਾਂ ਦੇ ਵਿੱਚ, ਹੈਲਥ ਦੇ ਵਿੱਚ ਆਇਆ। ਸੋ ਮੈਂ ਲੋਕਾਂ ਨੂੰ ਇਹ ਆਸ ਬਣਾਉਣਾ ਕਿ ਇੱਕ ਦਿਨ ਦੇ ਵਿੱਚ ਤਾਂ ਰੋਮ ਬਣਿਆ ਨਹੀਂ ਸੀ, 5 ਸਾਲ ਸਾਨੂੰ ਦਿੱਤੇ ਸੀ, ਬਹੁਤ ਕੰਮ ਹੋਏ ਆ। ਔਰ ਮੈਂ ਸਮਝਦਾ ਕਿ ਸਰਕਾਰ ਫਿਰ ਰਿਪੀਟ ਹੋਊਗੀ, ਔਰ ਜਿਹੜੀਆਂ ਸਾਡੇ 'ਚ ਕਮੀਆਂ ਰਹਿ ਗਈਆਂ ਅਸੀਂ ਉਹਨਾਂ ਨੂੰ ਦੂਰ ਕਰਾਂਗੇ, ਔਰ ਇੱਕ ਪੰਜਾਬ ਦਾ ਸੁਨਹਿਰਾ ਭਵਿੱਖ ਜਿਹੜਾ ਉਹਨੂੰ ਲੈ ਕੇ ਆਵਾਂਗੇ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਅਤੇ ਤੁਸੀਂ ਦੇਖ ਰਹੇ ਹੋ ਗਲੋਬਲ ਹੈਡਲਾਈਨ ਨਿਊਜ਼, ਅਤੇ ਆਪਾਂ ਹੋਰ ਵੀ ਇੱਦਾਂ ਦੀਆਂ ਚੁਣਾਵੀ ਗੱਲਾਂ ਬਾਤਾਂ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਗਲੋਬਲ ਹੈਡਲਾਈਨ ਨਿਊਜ਼। ਧੰਨਵਾਦ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਸੁਣਨ ਲਈ ਤੁਸੀਂ ਹੁਣੇ ਡਾਊਨਲੋਡ ਕਰ ਸਕਦੇ ਹੋ ਗਲੋਬਲ ਹੈਡਲਾਈਨ ਨਿਊਜ਼ ਐਪ।